सोसाइटी का एक कानून है कि एक बंदा एक जनानी नाल एक टाइम ते रहेगा। हाँ सोसाइटी है ਜਿਹੜੀ ਸਾਡੀ सोसाइटी है, पंजाबियों की सोसाइटी है, हिंदू सोसाइटी है ਤੇ ਸਿੱਖ सोसाइटी है, ਇਹਦੇ ਵਿੱਚ ਹੈਗਾ ਕਿ ਇੱਕ ਟਾਈਮ ਤੇ ਇੱਕ ਜਨਾਨੀ ਨਾਲ ਹੀ ਤੁਸੀਂ ਰਹਿ ਸਕਦੇ ਹੋ। ਜਿਹੜੀ ਸਾਰੀ ਭੁੱਖ ਹੈ ਆਪਣੀ, ਚਾਹੇ ਕਿਸੇ ਤਰ੍ਹਾਂ ਦੀ ਵੀ ਹੈ, ਉਹ ਉਸੇ ਤੋਂ ਪੂਰੀ ਕਰਨੀ ਹੈ ਤੇ ਕੋਸ਼ਿਸ਼ ਕਰਨਾ ਹੈ ਕਿ ਹਰ ਚੀਜ਼ ਉੱਥੋਂ ਹੀ ਪੂਰੀ ਕੀਤੀ ਜਾਵੇ। ਜੇ ਤੁਹਾਡੀ ਨਹੀਂ ਬਣਦੀ ਤਾਂ ਉਹਦੇ ਨਾਲੋਂ ਅਲੱਗ ਹੋ ਕੇ ਤੁਸੀਂ ਜਿਹੜੀ ਦੂਜੀ ਜਨਾਨੀ ਹੈ ਉਹਦੇ ਨਾਲ ਤਦ ਜਾ ਸਕਦੇ ਹੋ। ਪਰ ਕਈ ਧਰਮਾਂ ਅਲਾਉ ਕਰਦੀਆਂ ਇਹ ਤਾਂ ਚਾਹੇ ਬਣੇ ਲਿਮਿਟ ਦੇ ਵਿੱਚ ਹੈ। ਜਿੰਨਾ ਚਿਰ ਤੁਸੀਂ नहीं चाहिए फ्री स्पिरिट ਜਾਂ ਤੁਹਾਡੀ ਆਜ਼ਾਦ ਸੋਚ ਨਹੀਂ ਹੁੰਦੀ, ਤੁਹਾਡੇ ਅੰਦਰ ਇੱਕ ਆਜ਼ਾਦੀ ਵਾਲੀ ਜਿਹੜੀ ਪਰਮਾਤਮਾ ਜੋਤ ਨਹੀਂ ਜਗਾਉਂਦਾ, ਉਹਨਾਂ ਚ ਤਾਣੇ ਬਾਣੇ ਹੈ ਨੇ। ਬਾਕੀ ਜੇ ਗੱਲ ਕਰਦੇ ਹਾਂ ਲਿਮਿਟ ਦੀ ਗੱਲ ਕਰਦੇ ਤੇ ਗੁਰੂ ਨਾਨਕ ਵੈਸੇ ਤੂੰ ਪਾ ਜੇ ਰਹੂ, ਤੇ ਉਹ ਕਹਿੰਦਾ ਮੈਂ ਨਹੀਂ ਪਾਉਣਾ, ਮੈਨੂੰ ਤਾਂ ਸੱਚ ਵਾਲਾ ਪਾਓ ਜਿਹੜਾ ਕਦੀ ਸੜਦਾ ਨਹੀਂ ਗਲਦਾ ਨਹੀਂ ਵੱਧਦਾ। ਉਹਨੇ ਜਿਹੜਾ ਸੰਸਾਰ ਕਰੀ ਸੀ ਉਹ ਤੋੜੀ। ਅੱਛਾ, ਇੱਕ ਬਹੁਤ ਜੇ ਤੁਸੀਂ ਸਪਿਰਚੁਅਲ ਪਾਸੇ ਹੋ ਗਏ, ਹਾਂਜੀ, ਦੋ ਤਰ੍ਹਾਂ ਦੇ ਸਾਧਨ ਨੇ ਪਰਮਾਤਮਾ ਨੂੰ ਮਿਲਣ ਦੇ ਜਿਹੜੇ ਦੱਸੇ ਗਏ ਹੈ। ਇੱਕ ਹੈਗਾ ਤੰਤਰ, ਹੈ ਨਾ, ਦੂਜਾ ਹੈਗਾ योग। इन्हां दोवां तो तीजा कोई साधन नहीं परमात्मा नाल मेल करन दा। जिहड़ा तंत्र है उहनूं शायद तुसीं अंडरस्टैंड करदे होवोगे कि ओह हुंदी है कि हिमालय नूं चले जाओ, त्याग दो सारा कुछ, निश्चिंत होके भगती करो। ते दूजा हुंदा योग। तंत्र दे विच तुसीं चीज़ां वरतणीआं ने। ਜਿਹੜਾ ਤੰਤਰ ਹੈ, ਤੰਤਰ ਵਿਧੀ ਹੈ, ਉਹਦੇ ਵਿੱਚ ਤੁਸੀਂ ਚੀਜ਼ਾਂ ਵਰਤਣੀਆਂ ਹੈ। ਜਦੋਂ ਚੀਜ਼ਾਂ ਵਰਤਣੀਆਂ ਫਿਰ ਤੁਹਾਨੂੰ ਉਸ ਚੀਜ਼ ਦਾ ਗਿਆਨ ਹੋ ਜਾਏਗਾ, ਫਿਰ ਤੁਸੀਂ ਉਹਦੇ ਤੋਂ ਮੁਕਤ ਹੋ ਜਾਓਗੇ। ਤੰਤਰ ਇਹ ਕਹਿੰਦਾ। ਜਿਹੜਾ ਯੋਗ ਇਹ ਕਹਿੰਦਾ ਹੈ ਕਿ ਆਪਣੇ ਸਰੀਰ ਨੂੰ ਇੰਨਾ ਸਾਧ ਦਿਓ ਕਿ ਇਹ ਚੀਜ਼ਾਂ ਜਿਹੜੀਆਂ ਕਾਮ ਦੀਆਂ ਜਾਂ ਹੋਰ ਹੰਕਾਰ ਦੀਆਂ, ਇਹ ਚੀਜ਼ਾਂ ਤੁਹਾਡੇ ਨੇੜੇ ਨਾ ਲੱਗਣ, ਕਿ ਪਹਿਲਾਂ ਹੀ ਹੋ ਜਾਓ, ਪਹਿਲਾਂ ਹੀ ਕਰ ਦਿਓ। ਬਹੁਤ ਸਾਰੇ ਸਾਈਕੋਲੋਜਿਸਟ ਇਹ ਸੁਜੈਸਟ ਕਰ ਰਹੇ ਹੈ ਕਿ ਜਿਹੜਾ योग ਦਾ ਸਬਜੈਕਟ ਹੈ ਇਹ ਸਕੂਲਾਂ 'ਚ ਵੀ ਪੜ੍ਹਾਇਆ ਜਾਣਾ ਚਾਹੀਦਾ ਹੈ, ਤਾਂ ਕਿ ਜਿਹੜੇ ਬੱਚੇ ਹੈ ਇਸ ਪਾਸੇ ਜਾਣ ਹੀ ਨਾ, ਉਹਨਾਂ ਦੀ એનર્ਜੀ ਸਹੀ ਵਾਲੇ ਪਾਸੇ ਲੱਗੇ। ਯੋਗ ਤੇ ਤੰਤਰ, ਤੁਸੀਂ ਕਿਹੜੀ ਵਿਧੀ ਕਰਕੇ ਪਰਮਾਤਮਾ ਨੂੰ ਜੇ ਤੁਸੀਂ ਪਹੁੰਚੇ ਹੋ ਤਾਂ? ਹਾਂਜੀ, ਪਹਿਲੀ ਗੱਲ ਤੇ ਜੇ ਤੁਸੀਂ ਕਹਿੰਦੇ ਦੋ ਵਿਧੀਆਂ ਜੀ, ਪਰਮਾਤਮਾ ਦੀ ਕੋਈ ਸੀਮਾ ਨਹੀਂ, ਕੋਈ ਸੀਮਾ ਨਹੀਂ, ਤੇ ਉਹਨੂੰ ਮਿਲਣ ਦੀ ਕੋਈ ਰਸਤੇ ਨਹੀਂ ਗਏ, ਇੱਕ ਜਾਂ ਦੋ ਨਹੀਂ ਹੈਗੇ। ਪਰ ਵਿਧੀਆਂ ਤਾਂ ਦੋ ਹੀ ਨੇ। ਨਹੀਂ, ਬਿਲਕੁਲ ਨਹੀਂ। ਉਸੇ ਮੈਂ ਤੁਹਾਡੇ ਨਾਲ ਗੱਲ ਤੇ ਆ ਰਿਹਾ, ਦੋ ਵਿਧੀਆਂ ਨਹੀਂ ਹੋ ਸਕਦੀਆਂ ਜੀ। ਜੇ ਤੁਸੀਂ ਇਹ ਤਾਂ ਤੁਸੀਂ ਦੱਸੋ ਯੋਗ ਦਾ ਮਤਲਬ ਵੀ ਜੁੜਨਾ, ਪਰਮਾਤਮਾ ਨਾਲ ਜੁੜਨਾ। ਮੰਤਰ ਦਾ ਮਤਲਬ ਵੀ ਉਸ ਮਤ ਜਿਹੜੀ ਹੈਗੀ ਉਹਦੀ ਸੁਰਤੀ ਦੇ ਵਿੱਚ ਕੋਈ ਮੰਤਰ ਵਸ ਜਾਣਾ ਤੇ ਉਹਨੂੰ ਤੁਸੀਂ ਰਿਪੀਟ ਕਰੀ ਜਾਣਾ। ਤੇ ਹੁਣ ਕਈ ਵਾਰੀ ਕੋਈ ਸ਼ਬਦ ਵੀ ਨਹੀਂ ਹੁੰਦਾ ਪਰਮਾਤਮਾ ਨੂੰ ਜਾਪ ਕਰਨ ਵਾਸਤੇ, ਕੋਈ ਸ਼ਬਦ ਨਹੀਂ ਹੁੰਦਾ, ਸਾਇਲੈਂਟ ਜਾਣੀ ਕਿ ਜਦੋਂ ਸ਼ਬਦ ਤਾਂ ਪਰਮਾਤਮਾ ਤੱਕ ਨਹੀਂ ਪਹੁੰਚਦੇ। ਨਹੀਂ, ਇਹ ਵੀ ਗੱਲ ਠੀਕ ਨਹੀਂ, ਇਹ ਗੁਰਬਾਣੀ ਸਾਰੀ ਗਲਤ ਹੋ ਜਾਏਗੀ। ਦੇਖੋ, ਦੋ ਵਿਧੀਆਂ ਨੂੰ ਮੈਂ ਕਿਵੇਂ ਦੁਬਾਰਾ ਐਕਸਪਲੇਨ ਕਰਦਾ ਹਾਂ, ਤੁਸੀਂ ਉਹਨੂੰ ਗਲਤ ਲੈ ਗਏ। ਇੱਕ ਹੈਗਾ ਦਿਨ, ਇੱਕ ਹੈਗਾ ਰਾਤ। ਜੇ ਦਿਨ ਹੈ ਤਾਂ ਰਾਤ ਨਹੀਂ ਹੈਗੀ, ਜੇ ਰਾਤ ਹੈਗੀ ਹੈ ਤਾਂ ਦਿਨ ਨਹੀਂ ਹੈਗਾ। ਠੀਕ ਹੈ, ਦੋ ਇਹ ਆਪੋਜੀਟ ਨੇ। ਸੋ ਤੰਤਰ ਤੇ ਯੋਗ ਇਸੇ ਤਰ੍ਹਾਂ ਆਪੋਜੀਟ ਨੇ। ਸਾਰਾ ਯੂਨੀਵਰਸ ਇਹਦੇ ਵਿੱਚ ਹੀ ਆਉਂਦਾ ਹੈ। ਜਾਂ ਤਾਂ ਤੁਸੀਂ ਕੰਮ ਕਰਕੇ ਫਾਇਦਾ ਪਾਉਂਦੇ ਹੋ, ਜਾਂ ਤੁਸੀਂ ਉਧਰਲੇ ਪਾਸੇ ਝਾਕਦੇ ਨਹੀਂ। ਜੇ ਤੁਸੀਂ ਤੁਰਦੇ ਹੋ, ਰੋਡ ਤੇ ਜਾਂਦੇ ਹੋ ਜਾਂ ਗੱਡੀ ਚਲਾਉਂਦੇ ਹੋ, ਜੇ ਗੱਡੀ ਚਲਾਉਂਦੇ ਹੋ 60 ਦੀ ਸਪੀਡ ਤੇ, ਤੁਹਾਨੂੰ 1.5-2 ਕਿਲੋਮੀਟਰ ਮੂਹਰੇ ਨਿਗਾਹ ਰੱਖਣੀ ਪੈਂਦੀ ਹੈ। ਜੇ ਤੁਸੀਂ ਤੁਰਦੇ ਹੋ ਤਾਂ ਤੁਹਾਨੂੰ 5 ਜਾਂ 10 ਕਦਮ ਹੀ ਦੇਖਣਾ ਪੈਂਦਾ ਹੈ। ਜਿਹੜੇ ਉਹ 5 ਜਾਂ 10 ਕਦਮ ਤੁਸੀਂ ਤੁਰਦੇ ਹੋ, ਜੇ ਤੁਸੀਂ ਉਹ ਹੀ ਦੇਖੋ ਤਾਂ ਆਲੇ ਦੁਆਲੇ ਨਾ ਦੇਖੋ, ਤੁਹਾਡਾ ਮਨ ਭਟਕਦਾ ਨਹੀਂ। ਤੁਸੀਂ ਬਿਲਡਿੰਗ ਨਹੀਂ ਦੇਖੀ, ਤੁਸੀਂ ਕਿਸੇ ਦੀ ਸੋਹਣੀ ਜਨਾਨੀ ਨਹੀਂ ਦੇਖੀ, ਤਾਂ ਤੁਹਾਡੇ 'ਚ ਕਾਮ ਜਾਗਣਾ ਹੀ ਨਹੀਂ, ਤੁਹਾਡੇ 'ਚ ਹੰਕਾਰ ਜਾਗਣਾ ਹੀ। ਜੇ ਤੁਸੀਂ ਇਹਨਾਂ ਚੀਜ਼ਾਂ ਨੂੰ ਤੋਂ ਅਵੋਇਡ ਕਰਨਾ ਸ਼ੁਰੂ ਕਰ ਦਿਓ ਤਾਂ ਮਨ ਭਜਦਾ ਨਹੀਂ। ਜੇ ਤੁਸੀਂ ਯੂਜ਼ ਕਰਨ ਲੱਗ ਜਾਓ, ਕਈ ਵਾਰੀ ਬੰਦੇ ਨੂੰ ਐਡਿਕਸ਼ਨ ਪੈ ਜਾਂਦੀ ਹੈ ਕਿ ਉਹਨੂੰ ਬਾਰ-ਬਾਰ ਯੂਜ਼ ਕਰੀ, ਸਾਰੀ ਜ਼ਿੰਦਗੀ ਯੂਜ਼ ਕਰੀ ਜਾਂਦਾ, ਉਹਦੇ ਤੋਂ ਉਹਦਾ ਖਹਿੜਾ ਨਹੀਂ ਛੁੱਟਦਾ। ਪਹਿਲੀ ਜੀ ਗੱਲ ਮੈਂ ਪੁਆਇੰਟ ਆਵਾਂਗਾ, ਦਿਨ ਰਾਤ ਦੀ ਗੱਲ ਕਰਦੀ ਸੀ, ਦਿਨ ਰਾਤ, ਇਹ ਬਿਲਕੁਲ ਸੱਚ ਨਹੀਂ। ਪਤਾ ਨਹੀਂ ਕਿ ਜੇ ਇੱਥੇ ਦਿਨ ਹੈ ਪਤਾ ਨਹੀਂ ਕਿੱਥੇ ਦਿਨ ਹੈਗਾ, ਕਿੱਥੇ ਰਾਤ ਹੈ। ਸੰਸਾਰ ਦੇਖੋ ਇੱਕੋ ਹੀ ਹੈ ਨਾ, ਉਹਦਾ ਪਲੈਨਟ, ਤੇ ਪਤਾ ਹੀ ਨਹੀਂ ਕੀ ਹੈ ਕਿੱਥੇ ਜੇ ਇੱਥੇ ਦਿਨ ਹੈ ਤੇ ਕਿਤੇ ਰਾਤ ਹੈਗੀ ਹੈ, ਕਿਤੇ ਦਿਨ। ਜੇ ਸੱਚਾਈ ਦੀ ਗੱਲ ਕਰਨੀ ਪਏਗੀ ਸਾਨੂੰ, ਇਹ ਨਹੀਂ ਕਿ ਇੱਥੇ ਰਾਤ ਸਾਰੇ ਸੰਸਾਰ ਦੀ ਰਾਤ ਹੈ, ਬਿਲਕੁਲ ਨਹੀਂ। ਇਹ ਸੱਚ ਹੈ, ਟਾਈਮਿੰਗ ਦਾ ਫਰਕ ਹੈ ਸਾਰੇ ਸੰਸਾਰ ਦੇ। ਨਹੀਂ, ਉਹ ਨਹੀਂ ਆਪਾਂ ਗੱਲ ਕਰਦੇ, ਮੈਂ ਧਰਤੀ ਦੀ ਗੱਲ ਕਰਦਾ। ਡਿਫਰੈਂਸ ਹੈ, ਜੇ ਕਿਉਂਕਿ ਰਾਤ ਹੈ ਤਾਂ ਰਾਤ ਹੀ ਸਾਰੇ ਬਣਾ ਨਹੀਂ, ਜਿੱਥੇ ਸੂਰਜ ਦਾ ਜਿੱਦਾਂ ਉਹਲਾ ਤੇ ਉੱਥੇ ਜਾਨੀ ਕਿ ਮਤਲਬ ਜਾਂ ਡਾਰਕ ਹੋਊਗਾ ਤੇ ਜਾਂ ਲਾਈਟ ਹੋਊਗਾ। ਹਾਂ, ਪਰ ਸੰਸਾਰ ਦੇ ਵੱਖਰੇ ਭਾਗ। ਪਰ ਲਾਈਟ ਦੇ ਵਿੱਚ ਵੀ ਉਹੀ ਵਰਡ ਹੈ, ਜਿਹੜਾ ਚਾਨਣਾ ਹੈ ਉਹਦੇ ਵਿੱਚ ਵੀ ਉਹੀ ਵਰਡ ਹੈ। ਮੈਂ ਇਹ ਕਰ ਰਿਹਾ ਕਿ ਤੰਤਰ ਤੇ ਯੋਗ, ਕਈ ਤੰਤਰ ਦੀ ਵਿਧੀ ਅਪਣਾ ਕੇ ਚਲੇ ਜਾਂਦੇ। ਹੁਣ ਤੁਸੀਂ ਦੇਖੋ ਕਿ ਤੰਤਰ ਦੀ ਵਿਧੀ ਕਿਹਨੇ ਅਪਣਾਈ? ਮਹਾਵੀਰ ਨੇ ਅਪਣਾਈ। ਤੰਤਰ ਦੀ ਵਿਧੀ ਅਪਣਾ ਕੇ ਗਏ ਆ ਨਾ, ਉਹਨਾਂ ਦਾ ਕੋਈ ਕੰਮ ਨਾਲ ਵਾਹ ਵਾਸਤਾ ਹੀ ਨਹੀਂ ਸੀ। ਠੀਕ ਹੈ, ਉਹ ਬਿਲਕੁਲ ਹੀ ਨੰਗੇ ਹੋ ਗਏ ਸੀ, ਦਿਗੰਬਰ ਜਿਹਨੂੰ ਆਪਾਂ ਕਹਿ ਦਿੰਦੇ ਆ। ਤੇ ਬਾਕੀ ਜਿਹੜੇ ਸਾਰੇ ਉਹ ਕੰਮ ਦੇ ਰਸਤੇ ਦੇ ਵਿੱਚੋਂ ਗਏ ਨੇ। ਹੁਣ ਤੁਸੀਂ ਦੇਖੋ ਮਹਾਤਮਾ ਬੁੱਧ ਦੀ ਸਟੋਰੀ, ਉਹਦੇ ਕੋਲੇ ਸਮਰਾਟ ਸੀ, ਉਹਦੇ ਕੋਲੇ ਕਿਸੇ ਚੀਜ਼ ਦੀ ਕੋਈ ਘਾਟ ਨਹੀਂ ਸੀ, ਨਾ ਗੋਪੀਆਂ ਦੀ ਘਾਟ, ਨਾ ਧਨ ਦੀ ਘਾਟ, ਨਾ ਰਥਾਂ ਦੀ, ਨਾ ਘੋੜਿਆਂ ਦੀ। ਤੇ ਉਹ ਆਪਣਾ ਸਾਰਾ ਕਿੰਗਡਮ ਛੱਡ ਕੇ, ਬੱਚੇ ਵੀ ਸੀ,
ਜਨਾਨੀ ਵੀ ਸੀ, ਤੇ ਉਹ ਸਾਰਾ ਕੁਝ ਰਾਜ ਭਾਗ ਛੱਡ ਕੇ ਤਾਂ ਉਹ ਚਲੇ ਗਏ, ਯੋਗ ਦੀ ਵਿਧੀ ਅਪਣਾ ਲਈ ਉਹਨਾਂ ਨੇ। ਇਹੀ ਡਿਫਰੈਂਸ ਹੈ ਸਮਝਣ ਦੇ ਵਿੱਚ ਜੀ। ਜਦੋਂ ਮਹਾਵੀਰ ਨੇ ਛੱਡਿਆ ਸਾਰਾ ਕੁਝ, ਉਹਨੂੰ ਉਸ ਤੋਂ ਕਰੋੜਾਂ ਅਰਬਾਂ ਗੁਣਾ ਵੱਡਾ ਰਾਜ ਭਾਗ ਨਜ਼ਰ ਆਇਆ ਤਾਂ ਉਹਨੇ ਛੱਡ ਦਿੱਤਾ। ਹਾਂਜੀ, ਉਹ ਤੁਹਾਡੀ ਨਜ਼ਰ 'ਚ ਹੈ। ਹਾਂਜੀ, ਉਹਨੇ ਛੱਡਿਆ ਕੁਛ ਨਹੀਂ ਗਾ। ਇਹ ਦੁਨਿਆਵੀ ਤੌਰ ਤੇ ਅਸੀਂ ਸੋਚਦੇ ਛੱਡਿਆ, ਲੇਕਿਨ ਉਸ ਨੂੰ ਵੱਡਾ ਪਰਿਵਾਰ ਨਜ਼ਰ ਆ ਗਿਆ ਤੇ ਉਹਨੂੰ ਕੁਛ ਨਾ ਕੁਛ ਪਰਮਾਤਮਾ ਨੇ ਕੋਈ ਨਾ ਕੋਈ ਉਹਨੂੰ ਸੇਧ ਦਿੱਤੀ, ਜਿਹਦਾ ਕਰਕੇ ਉਹ ਉਦੋਂ ਚੱਲਣ ਲੱਗ ਪਿਆ, ਕਿਉਂਕਿ ਉਹ ਡਿਸਕਨੈਕਟ ਤਾਂ ਹੋਇਆ ਹੀ ਨਹੀਂ ਕਿਸੇ ਤੇ ਤੁਸੀਂ ਇਹ ਸਮਝਦੇ ਹੋ ਕਿ ਤੁਸੀਂ ਜਿਸ ਸਿਚੁਏਸ਼ਨ ਦੇ ਵਿੱਚੋਂ ਤੁਸੀਂ ਸਭ ਤੋਂ ਵੱਡੇ ਹੋ, ਆਮ ਜਿਹੜੇ ਪਬਲਿਕ ਦੁਨਿਆਵੀ ਲੋਕ ਨੇ ਉਹਨਾਂ ਤੋਂ ਵੱਡੇ ਹੋ ਤੁਸੀਂ? ਨਹੀਂ, ਵੱਡੇ ਨਹੀਂ, ਤੁਹਾਨੂੰ ਤਾਂ ਬਹੁਤ ਨਿਮਰਤਾ ਵਿੱਚ ਰਹਿਣਾ, ਵੱਡਾ ਨਹੀਂ। ਅਸੀਂ ਤਾਂ ਇੱਕ ਇੰਨਾ ਕਿ ਬਰੀਕ ਅੰਸ਼ ਆ ਪਰਮਾਤਮਾ ਦਾ। ਪਰ ਤੁਸੀਂ ਕਦੇ ਮਾਇਆ ਦੀ ਲੋੜ ਮਹਿਸੂਸ ਨਹੀਂ ਕਰਦੇ ਕਿ ਮਾਇਆ ਹੋਣੀ ਚਾਹੀਦੀ ਹੈ ਬੰਦੇ ਕੋਲ? ਜਿਹਨੇ ਖੰਡ ਬ੍ਰਹਿਮੰਡ ਬਣਾਇਆ ਤੇ ਮਾਇਆ ਕੀ ਚੀਜ਼ ਉਹਦੇ ਸਾਹਮਣੇ, ਉਹ ਤੁਹਾਨੂੰ ਦੇਗਾ। ਜਦੋਂ ਪ੍ਰੇਮ ਹੀ ਉਹਦੇ ਨਾਲ, ਉਹਨੇ ਧਾਰਨਾ ਪ੍ਰੇਮ ਕਰ ਲਿਆ। ਦੇਖੋ, ਇਹ ਪ੍ਰੇਮ ਇੱਕ ਤਰਫਾ ਨਹੀਂ ਹੋਏਗਾ। ਬਹੁਤ ਉਦਾਹਰਨਾਂ ਨੇ ਜਿਹੜੀ ਸਪਿਰਚੁਅਲ ਵਰਲਡ ਦੇ ਵਿੱਚ, ਗੁਰਬਾਣੀ ਚਲਾ ਲਓ, ਉਹ ਕਹਿੰਦੇ ਮੱਛੀ ਆ ਤੇ ਮੱਛੀ ਪਾਣੀ ਨਾਲ ਪਿਆਰ ਕਰਦੀ ਹੈ, ਤੇ ਪਰ ਪਾਣੀ ਨਹੀਂ ਉਹਨਾਂ ਪਿਆਰ ਕਰਦਾ, ਉਹ ਤੜਫ ਕੇ ਮਰ ਜਾਂਦੀ ਹੈ। ਪਤੰਗਾ ਉਹ ਅੱਗ ਦੇ ਨਾਲ ਇੰਨਾ ਪਿਆਰ ਕਰਦਾ, ਸੜ ਜਾਂਦਾ ਉੱਤੇ, ਪਰ ਅੱਗ ਨਹੀਂ ਉਹਦੀ ਪਰਵਾਹ ਕਰਦੀ, ਉੜਿਆ ਫਿਰਦਾ ਜਿੱਥੇ ਮਰਜੀ। ਇਸ ਤਰ੍ਹਾਂ ਬਹੁਤ ਉਦਾਹਰਨਾਂ ਨੇ, ਪਰ ਜਿਹੜਾ ਪਰਮਾਤਮਾ ਦਾ ਪ੍ਰੇਮ ਇਸ ਤਰ੍ਹਾਂ ਇੱਕ ਤਰਫਾ ਨਹੀਂ ਹੈ। ਜਦੋਂ ਵੀ ਕਿਸੇ ਨੂੰ ਮਤਲਬ ਕਿ ਪ੍ਰੇਮ ਹੋਏਗਾ ਨਾ, ਪਰਮਾਤਮਾ ਦੇ ਨਾਲ ਹੋ ਗਿਆ, ਉਹ ਪਰਮਾਤਮਾ ਨੂੰ ਉਹਦੇ ਨਾਲੋਂ ਜ਼ਿਆਦਾ, ਉਹਦੇ ਨਾਲ ਪਹਿਲਾਂ ਹੀ ਹੋ ਜਾਂਦਾ। ਤੁਸੀਂ ਜ਼ਿਆਦਾ ਜੀਵਨ ਆਪਣਾ ਪਦਾਰਥਵਾਦੀ ਪੈਸੇ ਦੇ ਨਾਲ, ਵਪਾਰ ਦੇ ਨਾਲ, ਬਿਜ਼ਨਸ ਦੇ ਨਾਲ ਭੋਗਿਆ, ਤੁਹਾਨੂੰ ਪੈਸੇ ਦੀ ਇੰਪੋਰਟੈਂਸ ਪਤਾ, ਤੇ ਹੁਣ ਤੁਸੀਂ ਬਿਨਾਂ ਸਾਰਾ ਕੁਝ ਛੱਡ ਕੇ, ਪਰਿਵਾਰ ਵੀ ਛੱਡ ਕੇ, ਬੱਚੇ, ਘਰ ਵਾਲੀ, ਆਪਣਾ ਬਿਜ਼ਨਸ, ਗਲਾਸੀ ਜੰਕਸ਼ਨ, ਦੁਕਾਨ ਲੈਂਸਬਰੀ ਤੇ ਜਿਹੜੀ ਸੀ, ਉਹ ਸਾਰਾ ਕੁਝ ਛੱਡ ਕੇ ਤੁਸੀਂ ਉਹ ਕਰ ਰਹੇ ਹੋ। ਤੁਸੀਂ ਸਮਝਦੇ ਨਹੀਂ ਕਦੇ ਤੁਹਾਨੂੰ ਲੋੜ ਪਵੇ, ਤੁਹਾਡੇ ਦੇ ਅੰਦਰ ਇੱਛਾ ਜਾਗੇ, ਜਿਵੇਂ ਹੁਣ ਮੇਰੇ ਅੰਦਰ ਫਾਰ ਐਗਜ਼ਾਮਪਲ, ਜਦੋਂ ਮੈਨੂੰ ਲੋੜ ਪੈਂਦੀ ਹੈ, ਕਈ ਵਾਰੀ ਐਮਰਜੈਂਸੀ ਨਿਊਯਾਰਕ ਨੂੰ ਜਾਣਾ ਪੈਂਦਾ, ਤੇ ਉਹਦੇ ਵਾਸਤੇ ਜੇ ਮੇਰੇ ਕੋਲ ਕ੍ਰੈਡਿਟ ਕਾਰਡ ਹੈ, ਮੈਂ ਰਾਤੋਂ ਰਾਤ ਇੰਟਰਨੈਟ ਤੇ ਟਿਕਟ ਬੁੱਕ ਕਰਾ ਕੇ ਮੈਂ ਉੱਥੇ ਨੂੰ ਚੜ ਜਾਂਦਾ, ਤੇ ਮੈਲਬਰਨ ਜਾਣਾ ਪਿਆ, ਤੇ ਉਹਦੇ 'ਚ ਰਾਤੋਂ ਰਾਤ ਜੇ ਸਾਡੇ ਕੋਲ ਪੈਸਾ ਨਹੀਂ, ਤਾਂ ਇਹ ਜਿਹੜੀਆਂ ਐਮਰਜੈਂਸੀ ਵਿਜ਼ਿਟਸ ਨੇ, ਇਹ ਪੋਸੀਬਲ ਨਹੀਂ ਹੈਗੀਆਂ। ਤੁਹਾਨੂੰ ਲੱਗਦਾ ਨਹੀਂ ਕਿ ਪੈਸਾ ਇੰਪੋਰਟੈਂਟ ਹੈ? ਹਾਂਜੀ, ਜੇ ਤੁਸੀਂ ਪੈਸੇ ਦੀ ਗੱਲ ਕਰ ਰਹੇ ਆ, ਮੈਂ ਪਹਿਲੇ ਜੀਵਨ ਨਾਲੋਂ ਇੱਥੇ ਪੈਸਾ ਬਹੁਤ ਜ਼ਿਆਦਾ ਵਰਤ ਰਿਹਾ। ਪਹਿਲੇ ਜੀਵਨ ਨਾਲੋਂ ਮੈਂ ਬਹੁਤ ਹਾਈ ਲੈਵਲ 'ਤੇ ਪੈਸਾ ਵਰਤ ਰਿਹਾ। ਤੇ ਉਹਦਾ ਸੋਰਸ ਕੀ ਹੈ? ਇਨਕਮ ਸੋਰਸ? ਉਹਦਾ ਸੋਰਸ ਇਹ ਆ ਵੀ ਜਿੱਥੇ ਮੈਂ ਰਹਿਣਾ, ਮੈਂ ਕਿਰਾਇਆ ਨਹੀਂ ਦਿੱਤਾ, ਤੇ ਕਿਰਾਇਆ ਮੈਨੂੰ ਦੇਣਾ ਚਾਹੀਦਾ, ਉਹ ਵੀ ਇੱਕ ਪੈਸੇ ਆ। ਰੋਜ਼ ਮੈਂ ਵਰਤ ਰਿਹਾ, ਤਾਂ ਉੱਥੇ ਬਿਜਲੀ ਦਾ ਬਿੱਲ ਆ ਰਿਹਾ, ਪਾਣੀ ਦਾ ਬਿੱਲ ਆ ਰਿਹਾ, ਕਾਉਂਸਲ ਟੈਕਸ ਆ ਰਿਹਾ, ਸਾਰਾ ਕੁਛ ਆ ਰਿਹਾ ਨਾ, ਉਹ ਫ੍ਰੀ ਨਹੀਂ ਆ। ਤੇ ਜੇ ਮੈਂ ਉੱਥੇ ਆ ਰਿਹਾ, ਤਾਂ ਉਹ ਮੈਂ ਐਵਰੀ ਡੇ ਮੈਂ ਉਹ ਪੈਸੇ ਯੂਜ਼ ਹੋ ਰਹੇ ਨੇ ਉੱਥੇ। ਫਿਰ ਮੇਰੇ ਜਿਹੜੇ ਆ ਦੇਖੋ, ਇਹ ਬਣਿਆ ਲਾਹੌਰ ਤੋਂ, ਹੱਥਾਂ ਦੀ ਕਢਾਈ ਹੈ। ਅੱਛਾ, ਇਹ ਮੇਰਾ ਦੋਸਤ ਮੁਸਲਮਾਨ ਆਪਣੇ ਲਾਹੌਰ ਤੋਂ ਬਣਿਆ, ਇੱਥੇ ਲੰਡਨ 'ਚ, ਉਹਨੇ ਬਣਾ ਕੇ ਦਿੱਤਾ। ਇਹ ਜੇਕਰ ਪੈਸਿਆਂ ਦਾ ਬਣਾਉਣਾ ਤਾਂ ਇਹ ਕਾਫੀ ਪੈਸੇ ਲੱਗਣਗੇ। ਅੱਛਾ, ਬੜੀ ਮਿਹਨਤ ਆਉਂਦੀ ਹੈ। ਹਾਂਜੀ, ਇਹ ਕਾਫੀ ਮਿਹਨਤ, ਹੱਥਾਂ ਨਾਲ ਦੇਖੋ, ਇਹ ਤਾਂ ਬਹੁਤ ਮਿਹਨਤ ਕੀਤੀ ਹੈ, ਸਾਰਾ ਹੱਥ ਦਾ ਕੰਮ ਹੈ। ਤੇ ਮੇਰੇ ਜਿੰਨੇ ਵੀ ਬਰਤਨ ਨੇ, ਇਹ ਜਿਹੜੇ ਇਹਨਾਂ ਤੇ ਆਰਟ ਕੀਤਾ ਗਿਆ। ਇਟਲੀ ਦੇ ਵਿੱਚੋਂ, ਇੰਡੀਆ ਦੇ ਵਿੱਚੋਂ ਇੱਕ ਆਦਮੀ ਨੇ ਮੇਰੇ ਵਾਸਤੇ ਜ਼ਮੀਨ ਵੀ ਵੇਚ ਦਿੱਤੀ, ਤੇ 4 ਮੇਰੇ ਚੋਲੇ ਇਦਾਂ ਦੇ ਬਣਾਏ ਕਿ ਉਹਨਾਂ ਨਾਲ ਦੇ ਚੋਲੇ, ਮੇਰਾ ਜਿੰਨੇ ਵੀ ਚੋਲੇ ਬਣਾਏ ਯੂਨਿਕ ਨੇ। ਹੋਣਗੇ ਵਿਚਾਰੇ ਲੱਖਾਂ, ਇਹਨਾਂ ਨੂੰ ਵੀ ਸੋਹਣੇ, ਲੇਕਿਨ ਇਹ ਵੀ ਇੱਕ ਰੂਹਾਨੀਅਤ ਜਿੱਦਾਂ ਪਰਮਾਤਮਾ ਬਣਵਾ ਕੇ ਜਿੱਦਾਂ ਦਿੰਦਾ ਕਿਸੇ, ਔਰ ਉੱਥੇ ਪੈਸੇ ਲੱਗਦੇ ਨੇ। ਤੇ ਪੈਸੇ ਜੇ ਕਹੋਗੇ, ਪਹਿਲੇ ਨਾਲੋਂ ਮੈਂ ਪੈਸੇ ਬਹੁਤ ਜ਼ਿਆਦਾ ਯੂਜ਼ ਕਰ ਰਿਹਾ, ਤੇ ਪੈਸੇ ਜਿੱਥੋਂ ਵੀ ਮੈਂ ਲੈ ਰਿਹਾ, ਤੇ ਉਹਨਾਂ ਨੇ ਪ੍ਰੋਮਿਸ ਹੈ ਕਿ ਮੈਂ ਤੁਹਾਡੇ ਪੈਸੇ ਵਾਪਸ ਕਰਨੇ। ਪਰ ਜਦੋਂ ਤੁਸੀਂ ਕੋਈ ਕੰਮ ਨਹੀਂ ਕਰਦੇ, ਤੁਹਾਡੀ ਕੋਈ ਬਿਜ਼ਨਸ ਕਰਨ ਦੀ ਰੁਚੀ ਨਹੀਂ ਹੈਗੀ, ਤਾਂ ਉਹਨਾਂ ਦੇ ਪੈਸੇ ਤੁਸੀਂ ਵਾਪਸ ਕਿੱਦਾਂ ਕਰੋਗੇ? ਇਹੀ ਤਾਂ ਗੱਲ ਹੈ, ਇਹ ਤਾਂ ਸੋਚ ਜਿਹੜੀ ਪਰਮਾਤਮਾ ਨੇ ਪਾਈ, ਉਹਨੇ ਪੂਰੀ ਕਰਾਉਣੀ ਆ। ਜਿਨ੍ਹਾਂ ਕਲੱਬਾਂ ਦੇ ਵਿੱਚ ਮੈਂ ਜਾਣਾ, ਬੜੇ ਮਸ਼ਹੂਰ ਕਲੱਬ ਨੇ ਇਸ ਧਰਤੀ ਦੇ ਉੱਤੇ। ਸੈਕੰਡ ਕਲੱਬ ਲੰਡਨ ਦੇ ਵਿੱਚ ਆ ਬਾਕਸ, ਪਹਿਲਾਂ ਬਣਿਆ ਸੀਗਾ ਉੱਥੇ, ਉਹ ਜਿਹੜਾ ਸੋਹੋ 'ਚ ਹੈ, ਸੋਹੋ ਦੋਨੇ ਸੋਹੋ ਦੇ ਨੇ। ਹਾਂਜੀ, ਮੈਂ ਦੇਖਿਆ। ਉੱਥੇ 500 ਪਾਉਂਡ ਦੀ ਐਂਟਰੀ ਹੈ, ਤੇ ਮੈਨੂੰ ਫ੍ਰੀ ਆ। ਤੇ ਉਹ ਜੇ ਮੈਂ ਲਾਵਾਂ ਤਾਂ ਮੈਂ 500 ਪਾਉਂਡ ਦੀ ਐਂਟਰੀ ਮੈਨੂੰ ਮਿਲ ਰਹੀ ਹੋਈ। ਜੇ ਮੈਂ ਜਾਣਾ ਨਾ, ਜੇ ਉੱਥੇ ਮੈਂ ਇੰਜੋਇਮੈਂਟ ਕਰਨ ਜਾਣਾ, ਤਾਂ ਮੈਨੂੰ 500 ਪਾਉਂਡ ਦੇਣਾ ਪਏਗਾ, ਤੇ ਮੈਂ ਫ੍ਰੀ ਆ। ਇਹਦਾ ਮਤਲਬ ਮੈਂ 500 ਪਾਉਂਡ ਕਮਾ ਰਿਹਾ ਹੋਵੇ। ਤੁਹਾਡੀ ਸੋਚ ਸ਼ਾਇਦ ਸਮਝ ਨਹੀਂ ਆਏਗੀ। ਔਰ ਮੈਨੂੰ ਉਹਨਾਂ ਨੇ ਪੈਸੇ ਵੀ ਆਫਰ ਕੀਤੇ, ਜੇ ਤੂੰ ਸਾਡੀ ਜਗ੍ਹਾ 'ਤੇ ਆਉਣਾ ਤਾਂ ਤੈਨੂੰ ਪੈਸੇ, ਤੂੰ ਲੋਕਾਂ ਨੂੰ ਖੁਸ਼ ਕਰਦਾ। ਲੋਕ ਬੜੇ ਖੁਸ਼ ਹੁੰਦੇ ਨੇ, ਇੱਕ ਵੱਖਰਾ ਪਹਿਰਾਵਾ, ਇੱਕ ਵੱਖਰਾ। ਮੈਂ ਕਿਹਾ ਨਹੀਂ, ਮੈਂ ਪੈਸੇ ਵਾਸਤੇ ਨਹੀਂ ਚਾਹਿਆ, ਮੈਂ ਤੁਹਾਡੇ ਕੋਲ ਪੈਸੇ ਨਹੀਂ ਲੈਣੇ। ਔਰ ਜਿਨ੍ਹਾਂ ਦੇ ਕਲੱਬ ਨੇ, ਉਹ ਜਿਸ ਉਹਨਾਂ ਕੋਲ ਮਾਰਕੀਟ ਆਪਣੇ ਨਿਊਯਾਰਕ, ਬੜੇ ਅਮੀਰ ਨੇ ਇਸ ਧਰਤੀ ਦੇ ਉੱਤੇ। ਉਹਨਾਂ ਦਾ ਨਿਊਯਾਰਕ 'ਚ ਵੀ ਹੈਗਾ। ਹਾਂਜੀ, ਉਹਦੀ ਮਾਰਕੀਟ ਸਾਰੀ ਮਾਰਕੀਟ ਇੱਕ ਬਹੁਤ ਜ਼ਿਆਦਾ ਅਮੀਰ ਹੈ। ਉਹਦੇ ਮੈਂ ਸਕਾਈ ਟੀਵੀ 'ਤੇ ਬੋਲਿਆ ਸੀਗਾ, ਉਹ ਮੈਨੂੰ ਉਹਨਾਂ ਨੇ ਆਫਰ ਕੀਤੀ ਪੈਸੇ ਦੀ। ਮੈਂ ਕਿਹਾ ਨਹੀਂ। ਫਿਰ ਮੈਂ ਦੂਜੇ ਕਲੱਬ ਦੇ ਵਿੱਚ ਇੱਕ ਮੈਨੂੰ ਕਹਿਣਾ ਕਿ ਤੈਨੂੰ ਉੱਥੇ ਵੀ ਜਾਣਾ ਚਾਹੀਦਾ, ਉੱਥੇ ਵੀ ਮੈਨੂੰ ਉਹਨਾਂ ਨੇ ਆਫਰ ਕੀਤੀ ਪੈਸੇ ਦੀ। ਮੈਂ ਕਿਹਾ ਨਹੀਂ, ਮੇਰਾ ਕੋਈ ਟਾਰਗੇਟ ਜਿਹੜਾ ਪਰਮਾਤਮਾ ਨੇ ਬਣਾਇਆ, ਤਾਂ ਉਹਨੇ ਪੂਰਾ ਕਿੱਦਾਂ ਕਰਾਉਣਾ, ਉਹਦੇ ਬਾਰੇ
ਮੈਨੂੰ ਨਹੀਂ ਪਤਾ ਜੇ ਮੈਂ ਦੋਨਾਂ ਕਲੱਬਾਂ 'ਚ ਐਂਟਰੀ ਦੀ ਗੱਲ ਕਰਾਂ ਤਾਂ ਮੈਨੂੰ ਹਰ ਰੋਜ਼ 1000 ਪਾਉਂਡ ਜਾਂ 700-800 ਪਾਉਂਡ ਮੈਨੂੰ ਚਾਹੀਦਾ ਉੱਥੇ ਐਂਟਰੀ ਪਾਉਣ ਵਾਸਤੇ। ਅੱਛਾ, ਜੇ ਮੈਨੂੰ ਪੈਸੇ ਮੈਂ ਇੱਕ ਹੋਰ ਗੱਲ ਕਰਾਂ ਕਿ ਅੱਜ ਤੁਸੀਂ ਮੇਰੇ ਸਾਹਮਣੇ ਹੁਣ ਜਿਹੜੀਆਂ ਬੈਠ ਕੇ ਮੇਰੇ ਨਾਲ ਗੱਲਾਂ ਕਰ ਰਹੇ ਹੋ, ਇਹਦੇ ਵਿੱਚ ਤਾਂ ਤੁਸੀਂ ਮੈਨੂੰ ਬਹੁਤ ਇੰਟੈਲੀਜੈਂਟ ਲੱਗ ਰਹੇ ਹੋ। ਜਦੋਂ ਮੈਂ ਤੁਹਾਨੂੰ ਟਿਕਟੌਕ ਤੇ ਦੇਖਦਾ ਹਾਂ ਤਾਂ ਮੈਨੂੰ ਇਹ ਲੱਗਦਾ ਹੈ ਕਿ ਇਹ ਬੰਦਾ ਯਾਰ ਐਵੇਂ ਝੱਲ ਖੰਡਾ ਰਿਹਾ। ਇਹ ਦੋ ਰੂਪ ਕਿਉਂ, ਦੋ ਪਰਸਨੈਲਿਟੀ? ਜਿਹੜਾ ਉਹ ਜਿਹੜੀ ਚੀਜ਼ ਹੈ ਨਾ ਗਾਲਾਂ, ਉਹ ਅਸਲੀ ਸੱਚ ਹੈ ਜੀਵਨ ਦਾ। ਅਸੀਂ ਉਹਨੂੰ ਸਵੀਕਾਰ ਨਹੀਂ ਕਰਨਾ ਚਾਹੁੰਦੇ। ਅਸੀਂ ਕਹਿੰਦੇ ਸਾਨੂੰ ਕਲਚਰ, ਸਾਡੀਆਂ ਮਾਵਾਂ ਭੈਣਾਂ ਤੇ ਕ੍ਰਿਸ਼ਨ ਨੇ ਕਲੀਅਰ ਕੀਤਾ ਅਰਜਨ ਨੂੰ। ਅਰਜਨ ਕਹਿੰਦਾ ਮੇਰਾ ਮੁੰਡਾ ਮਾਰਿਆ, ਮੈਂ ਨਹੀਂ ਲੜਨਾ ਇਹਨਾਂ ਨੇ। ਉਹ ਕਹਿੰਦਾ ਅਖੀਰ ਰਾਜਾ ਨੂੰ 13 ਅਧਿਆਇ ਤੱਕ ਸਮਝਾਉਂਦਾ ਰਿਹਾ। ਜਦੋਂ ਨਹੀਂ ਸਮਝਿਆ ਉਹਨੇ ਤੇ ਆਪਣਾ ਵਿਰਾਟ ਰੂਪ ਦਿਖਾ ਲਿਆ ਉਹਨੇ ਦਿਖਾ ਲਿਆ ਤੇ ਉਹਨੂੰ ਮੁੰਡੇ ਨਾਲ ਜਦੋਂ ਮਿਲਾਇਆ ਤੇ ਉਹਨੇ ਕਿਹਾ, ਉਹ ਕਹਿੰਦਾ ਕਿਹੜਾ ਰਿਸ਼ਤਾ, ਕਿਹੜਾ ਬਾਪ ਮੁੰਡਾ, ਕਿੰਨੀ ਵਾਰੀ ਬਣਿਆ ਤੂੰ ਮੇਰਾ। ਤੇ ਜੇ ਮੈਨੂੰ ਕ੍ਰਿਸ਼ਨ ਤੇ ਯਕੀਨ ਤੇ ਮੈਨੂੰ ਕ੍ਰਿਸ਼ਨ ਦੀਆਂ ਸਾਰੀਆਂ ਗੱਲਾਂ ਤੇ ਯਕੀਨ ਹੈ ਯਾਰ। ਤੇ ਇਹ ਜਿਹੜੇ ਤੁਸੀਂ ਗੱਲ ਕਰ ਰਹੇ ਆ ਕਿ ਇਹ ਜੋ ਗਾਲਾਂ ਇਹ ਕੋੜਾ ਸੱਚ ਹੈ। ਜੋ ਮੈਂ ਕੋਈ ਗੱਲ ਕਰ ਰਿਹਾ ਸੈਕਸ ਦੀ ਗੱਲ ਕਰ ਰਿਹਾ, ਸੋਸਾਇਟੀ 'ਚ ਐਕਸੈਪਟ ਨਹੀਂ। ਇਹ ਸੋਸਾਇਟੀ ਦੀਆਂ ਵਿਅਸਨੀ ਹਮੇਸ਼ਾ ਹੀ ਬਾਉਂਡਰੀਆਂ ਤੋੜੀਆਂ ਜਿਹੜਾ ਵੀ ਭਗਤ ਹੋਇਆ ਪ੍ਰਗਟ। ਓਕੇ, ਤੇ ਇਹ ਇਸੇ ਬਾਉਂਡਰੀ ਨੂੰ ਹੁਣ ਮੈਨੂੰ ਯਾਦ ਆ ਗਿਆ ਕਿ ਤੁਸੀਂ ਬੱਚੇ ਲੈਣ ਜਾਂਦੇ ਸੀ ਇਸ ਭੇਸ ਦੇ ਵਿੱਚ ਸਕੂਲ ਦੇ ਵਿੱਚ। ਹਾਂਜੀ, ਠੀਕ ਹੈ। ਤੁਹਾਡੇ ਤੋਂ ਜਿਹੜੇ ਪੇਰੈਂਟਸ ਵੀ ਬਾਕੀ ਬੱਚਿਆਂ ਦੇ ਸਕੂਲ ਦੇ ਵਿੱਚ ਆਉਂਦੇ ਸੀ, ਤੁਹਾਡੇ ਤੋਂ ਡਰਦੇ ਸੀ। ਹਾਂਜੀ, ਉਹਨਾਂ ਨੇ ਤੁਹਾਨੂੰ ਰੋਕਣ ਦੀ ਵੀ ਕੋਸ਼ਿਸ਼ ਕੀਤੀ, ਟੀਚਰ ਨੇ ਵੀ ਰੋਕਣ ਦੀ ਕੋਸ਼ਿਸ਼ ਕੀਤੀ, ਤੁਸੀਂ ਨਹੀਂ ਰੁਕੇ, ਉਹਨਾਂ ਨੇ ਪੁਲਿਸ ਸੱਦ ਲਈ। ਹਾਂਜੀ, ਪੁਲਿਸ ਨੇ ਤੁਹਾਡੇ ਨਾਲ ਕਨਵਰਸੇਸ਼ਨ ਕੀਤੀ, ਫਿਰ ਵੀ ਤੁਹਾਨੂੰ ਹਟਣਾ ਪਿਆ। ਉਹ ਵੀ ਸੋਸਾਇਟੀ ਦਾ ਰੂਲ ਐਂਡ ਰੈਗੂਲੇਸ਼ਨ ਸੀ। ਉੱਥੇ ਕੀ ਕਨਵਰਸੇਸ਼ਨ? ਉਹ ਜਿਹੜੀ ਪੁਲਿਸ ਆ ਉਹ ਇੱਕ ਦਾਇਰੇ 'ਚ ਆ, ਕਾਨੂੰਨ 'ਚ ਆ ਤੇ ਉਸ ਨੂੰ ਉਹ ਆਪਣੀ ਡਿਊਟੀ ਕਰਨੀ ਪੈਗੀ। ਉਹ ਘਟਨਾ ਤੁਸੀਂ ਦੱਸੋਗੇ? ਹਾਂਜੀ, ਉਹ ਮੈਂ ਤੁਹਾਨੂੰ ਸਕੂਲ 'ਚੋਂ ਜਾਣਾ ਬੈਨ ਵੀ ਕਰ ਦਿੱਤਾ ਸੀ ਜਦੋਂ? ਹਾਂਜੀ, ਬੈਨ ਤਾਂ ਮੈਂ ਕਈਆਂ ਜਗ੍ਹਾ ਤੋਂ ਹੋਇਆ, ਗੁਰਦੁਆਰਿਆਂ 'ਚ ਬੈਨ ਕੀਤਾ ਗਿਆ, ਉਹਦੀ ਗੱਲ ਕੋਈ। ਤੇ ਲੇਕਿਨ ਉੱਥੇ ਇਹ ਗੱਲ ਹੋਈ ਬਈ ਜਿਸ ਤਰ੍ਹਾਂ ਮੇਰਾ ਅਵਸਥਾ ਬਦਲ ਗਈ ਤੇ ਪਰ ਮੇਰਾ ਬੱਚਿਆਂ ਨਾਲ ਪ੍ਰੇਮ ਬਹੁਤ ਸੀ, ਛੋਟੇ ਨਾਲ ਸਪੈਸ਼ਲੀ ਬਹੁਤ ਪ੍ਰੇਮ ਸੀਗਾ ਕਿਉਂਕਿ ਛੋਟਾ ਸੀਗਾ ਹਜੇ। ਤੇ ਮੇਰਾ ਜਿਸ ਤਰ੍ਹਾਂ ਮੈਂ ਪਹਿਲਾਂ ਉਹਨੂੰ ਸਕੂਲੇ ਜਾਂਦਾ ਸੀ ਜਾਂ ਕਦੀ ਜਾਂ ਆਉਂਦਾ ਸੀਗਾ, ਮੇਰਾ ਮਨ ਕਰਦਾ ਜਦੋਂ ਮੈਂ ਘਰ 'ਚ ਨਹੀਂ ਜਾਂਦਾ, ਘਰੋਂ ਤੋਂ ਮੈਂ ਆ ਗਿਆ ਤੇ ਉਹਨੂੰ ਮੈਂ ਕਦੀ ਸਕੂਲੇ ਜਿੱਦਾਂ ਛੱਡ ਦੇਵਾਂ ਜਾਂ ਉਹਦੇ ਨਾਲ ਦੋ ਬਚਨ ਕਰ ਲਵਾਂ, ਛੋਟਾ ਜਿਹਾ ਸੀਗਾ। ਤੇ ਉਹ ਮੈਂ ਉਸੇ ਰੁਚੀ ਦੇ ਨਾਲ ਮੈਂ ਕਦੀ ਜਿੱਦਾਂ ਚਲੇ ਜਾਣਾ ਤੇ ਮੈਂ ਕਿਹਾ ਚਲੋ ਇਹਨੂੰ ਮੈਂ ਛੱਡਦਾ ਸਕੂਲੇ। ਉਹ ਮੈਂ ਸਕੂਲੇ ਲੈ ਕੇ ਉਹਨੂੰ ਗਿਆ ਤੇ ਮੇਰੇ ਨਾ ਕਿਰਪਾਨਾਂ ਮੇਰੇ ਕੋਲ ਪਾਈਆਂ ਸੀ, ਤੀਰ ਤੂਰ ਪਾਏ ਸੀ, ਮਾਲਾ ਬੜੀਆਂ ਪਾਈਆਂ ਸੀ। ਤੇ ਅੱਛਾ, ਤੀਰ ਪੱਠਾ ਪੂਰਾ ਟੰਗਿਆ ਸੀ। ਮੈਨੂੰ ਕਿਸੇ ਨੇ ਕਿਹਾ ਸੀ ਵੀ ਮੈਂ ਅੰਮ੍ਰਿਤ ਛਕਿਆ ਨਹੀਂ ਕਦੀ ਵੀ ਹੈ। ਇਹ ਵੀ ਲੋਕਾਂ ਦਾ ਬੜਾ ਭੁਲੇਖਾ। ਕਦੀ ਨਹੀਂ ਛਕਿਆ? ਕਦੀ ਸਵਾਲ ਹੀ ਨਹੀਂ ਕਰਦਾ। ਪਰ ਉਹ ਜਿਹੜੇ ਅੰਮ੍ਰਿਤ ਵਰਗਾ ਪਹਿਰਾਵਾ ਜਿਹੜਾ ਅੰਮ੍ਰਿਤ ਛਕਿਆ ਵਰਗਾ, ਉਹ ਤਾਂ ਫ੍ਰੀ ਮਿਲਦਾ ਤਾਂ ਜਿਸ ਮਰਜ਼ੀ ਪਾ ਲਓ, ਉੱਥੇ ਕੋਈ ਰਿਸਟ੍ਰਿਕਸ਼ਨ ਹੀ ਹੈ ਨਹੀਂ। ਪਰ ਉਹ ਕਿਸ ਕਾਰਨ, ਕੀ ਕਾਰਨ ਸੀ? ਉਹ ਤਾਂ ਮੈਂ ਤੁਹਾਨੂੰ ਦੱਸਣ ਡਿਆ, ਉਹ ਕਿਹੜਾ ਮੁੱਲ ਲੈਣਾ ਪੈਂਦਾ, ਜਿਸ ਮਰਜ਼ੀ ਲੱਭ ਲਓ, ਫ੍ਰੀ ਪਾ ਕੇ ਲਓ, ਉਹ ਕਿਹੜੀ ਗੱਲ ਹੈ। ਅੱਛਾ, ਉਹ ਐਵੇਂ ਪਾਇਆ ਸੀ ਬਿਨਾਂ ਅੰਮ੍ਰਿਤ ਤੋਂ ਤੇ ਉਹਦੇ ਨੂੰ ਲੋਕ ਡਰ ਗਏ। ਉਹ ਤੋਂ ਐਵੇਂ ਲੋਕਾਂ ਨੇ ਅੰਮ੍ਰਿਤ ਨਾਲ ਨੂੰ ਲਿੰਕ ਕਰਤਾ। ਅੰਮ੍ਰਿਤ ਤੁਹਾਡੇ ਜਿਹੜਾ ਅੰਦਰੋਂ ਨਿਕਲ ਗਿਆ। ਅੰਮ੍ਰਿਤ ਜਦੋਂ ਪ੍ਰਗਟ ਹੋਣਾ ਅੰਦਰ ਹੀ ਹੋਣਾ ਨਾ। ਤੇ ਜਿਨ੍ਹਾਂ ਨੇ ਅੰਮ੍ਰਿਤ ਨਹੀਂ ਛਕਿਆ ਉਹਨਾਂ ਨੂੰ ਕਿਹੜਾ ਅੰਮ੍ਰਿਤ ਚੱਲ ਗਿਆ। ਜਿਹੜੇ ਮੂਨੇ ਨੇ, ਜਿਹੜੇ ਹੋਰ ਧਰਤੀ ਦੇ ਬੰਦੇ ਨੇ, ਜਿਹੜੇ ਪਰਮਾਤਮਾ ਨੇ ਪੈਦਾ ਕੀਤਾ, ਉਹਨਾਂ ਵਿੱਚ ਰੱਬ ਆ ਵੀ ਆ। ਇਹ ਕੋਈ ਉਹ ਕਿਰਪਾਨ ਪਵਾਉਣਾ, ਗਾਤਰਾ ਪਾਉਣ ਦੇ ਨਾਲ ਤਾਂ ਨਹੀਂ ਹੈਗਾ ਵੀ ਉਹ ਅੰਮ੍ਰਿਤ ਜਿਹੜਾ ਹੈਗਾ। ਅੰਮ੍ਰਿਤ ਉਹਦੇ ਵਿੱਚ ਹੋਣਗੇ ਟਾਵੇਂ ਗਰਲੇ ਹੋਣਗੇ, ਪਰ ਸਾਰਿਆਂ ਦੇ ਜੇ ਅੰਮ੍ਰਿਤ ਛਕ ਲਿਆ, ਰੋਹ ਰੀਚ ਕਰ ਲਿਆ, ਇਹੋ ਜਿਹੀ ਵਾਲੀ ਗੱਲ ਹੈ ਅੱਜ ਜਿਹੜੀ ਗੁਰੂ ਨਾਨਕ ਦੇਵ ਨੇ ਕਿਹਾ ਸੀ। ਇੱਕ ਬਾਰ ਗਾਤਰਾ ਹੋ ਸਕਦਾ ਪਾਇਆ ਹੋਇਆ ਨਹੀਂ। ਉਹ ਘਟਨਾ ਕਿਵੇਂ ਸੀ ਜਿਹੜੀ ਸਕੂਲ ਵਾਲੀ ਜਿੱਥੇ ਪੁਲਿਸ ਨੇ ਤੁਹਾਨੂੰ ਰੋਕਿਆ? ਉੱਥੇ ਮੈਂ ਜੀ ਜਿੱਦਾਂ ਉੱਥੇ ਮੈਂ ਗਿਆ ਤੁਹਾਨੂੰ ਮੈਂ ਛੱਡਣ ਦੀ, ਜਦੋਂ ਮੈਂ ਅੰਦਰ ਲੈ ਜਾਣਾ ਸੀ ਸਕੂਲੇ, ਤੇ ਜਿਹੜੀ ਪ੍ਰਿੰਸੀਪਲ ਜਾਂ ਕੋਈ ਵੀ ਸਕੂਲ ਦੀ ਉਹ ਬਾਹਰ ਜਿੱਦਾਂ ਖੜੀਆਂ ਸੀ ਜਾਂ ਆ ਗਈਆਂ, ਮੈਨੂੰ ਕਹਿੰਦੀਆਂ ਵੀ ਤੂੰ ਅੰਦਰ ਨਹੀਂ ਜਾ ਸਕਦਾ ਸਕੂਲ ਦੇ। ਮੈਂ ਕਿਹਾ ਕੀ ਗੱਲ ਵੀ ਮੈਨੂੰ ਤੇ 15 ਸਾਲ ਹੋ ਗਏ ਹੁੰਦੇ ਨੇ, ਮੇਰੇ 3 ਬੱਚੇ ਦੂਸਰੇ ਵੀ ਗਏ, ਚੌਥਾ ਬੱਚਾ। ਉਹ ਕਹਿੰਦੇ ਨਹੀਂ, ਤੇਰੇ ਤੋਂ ਪੇਰੈਂਟਸ ਵੀ ਡਰਦੇ ਨੇ। ਤੇ ਮੈਂ ਕਿਹਾ ਬਿਲਕੁਲ ਨਜਾਇਜ਼ ਕਰ ਰਹੇ ਤੁਸੀਂ। ਮੈਂ ਉਹਨਾਂ ਥੋੜਾ ਦਬਕਾ ਮਾਰ ਡਰ ਗਈਆਂ ਤੇ ਉਹਨਾਂ ਨੇ ਪੁਲਿਸ ਨੂੰ ਫੋਨ ਕਰ ਦਿੱਤਾ। ਪੁਲਿਸ ਵਾਲੇ ਆ ਗਏ ਤੇ ਮੇਰੇ ਕੋਲ ਸ਼ਾਇਦ ਕਿਰਪਾਨ ਸੀਗੀ ਜਾਂ ਮੇਰੇ ਕੋਲ ਪਤਾ ਨਹੀਂ ਕੀ ਸੀਗਾ। ਤੇ ਪੁਲਿਸ ਵਾਲੇ ਕਹਿੰਦੇ ਬਈ ਤੂੰ ਪਹਿਲਾਂ ਮੈਨੂੰ ਕਿਸੇ ਨਾਲ ਜਦੋਂ ਪਰਮਾਤਮਾ ਨੇ ਕੋਈ ਤੁਹਾਨੂੰ ਸੇਧ ਦੇਣੀ ਆ, ਇੱਕ ਜਸਵੀਰ ਸਿੰਘ ਵਿੰਡੋ ਵਾਲੇ ਕਿ ਜੀਐਸ ਵਿੰਡੋ ਵਾਲੇ, ਉਹਨੇ ਮੈਨੂੰ ਕਿਹਾ ਉਹ ਯਾਰ 5 ਕਕਾਰ ਪਾਈ ਨੇ ਤੇ ਤੈਨੂੰ ਅਰੈਸਟ ਕਰ ਸਕਦੇ ਆ। ਉਹ ਹੇਜ਼ ਵਾਲੇ ਨੇ ਉਹ ਕਹਿੰਦਾ ਤੇ ਉਹ ਮੈਨੂੰ ਗੱਲ ਆ ਗਈ ਤੇ ਸਾਲੀ ਜੇ ਮੈਨੂੰ ਫੜ ਲਿਆ ਤੇ ਮੈਨੂੰ ਤਾਂ ਅੰਦਰ ਫੜ ਜਿੱਦਾਂ ਦੇ ਦੇਣਗੇ ਰੱਬ ਨੇ, ਜਿੱਦਾਂ ਕਿਸੇ ਕੋ ਕਹਾਉਣਾ। ਤੇ ਮੈਂ 5 ਕਕਾਰ ਜਿਹੜੇ ਉਹ ਪਾਏ ਹੋਏ ਸੀਗੇ ਹੈ। ਤੇ ਉਹ ਜਦੋਂ ਪੁਲਿਸ ਵਾਲੇ ਆਏ ਤੇ ਉਹ ਗਿਣਨ ਲੱਗ ਪਏ ਜਿਹੜੀ ਉਹਨੇ ਗੱਲ ਕਹੀ। ਉਹ 4 ਗਿਣ ਕੇ ਤੇ 5 ਦਾ ਉਹਨਾਂ ਨੂੰ ਪਤਾ ਨਾ ਲੱਗੇ ਤੇ 5ਵਾਂ ਮੈਂ ਉਹਨਾਂ ਨੂੰ ਦੱਸਿਆ ਵੀ ਆਹ ਆ। ਤੇ ਉਹ ਕਹਿੰਦੇ ਵੀ ਅੱਛਾ ਠੀਕ ਆ, ਜਿਹੜਾ ਤੇਰਾ ਚੀਜ਼ ਤੂੰ ਸਾਰੇ ਲਾ ਤੇ ਅਸੀਂ ਤੇਰੇ ਹਥਿਆਰ ਜਿਹੜੇ ਇੱਕ ਗੱਡੀ 'ਚ ਲੈ ਕੇ ਜਾਂਦੇ ਆ ਤੇ ਤੂੰ ਆਪਣੀ ਗੱਡੀ 'ਚ ਆ। ਤੇ ਗਲਾਸੀ ਇੰਕ ਮੈਂ ਉਹਨਾਂ ਡੇਰਾ ਲਾਇਆ ਹੋਇਆ ਸੀਗਾ ਜਿੱਥੇ ਬੰਦ ਕੀਤਾ ਸੀ ਕਿ ਨਹੀਂ ਬੰਦ ਕੀਤਾ, ਪਿਛਲੇ ਬੰਨੇ ਜਿੱਥੇ ਮੈਂ ਪੇਂਟਿੰਗ ਕਰਦਾ ਸੀ। ਫਿਰ ਮੈਨੂੰ ਛੱਡ ਕੇ ਗੱਡੀ ਦੇ ਵਿੱਚ ਉਹ ਹਾਦਸਾ ਏਦਾਂ ਹੋਇਆ ਵੀ ਉਹ ਕਹਿੰਦੇ ਵੀ ਪੇਰੈਂਟਸ ਵੀ ਡਰਦੇ ਨੇ ਤੇ ਬੱਚੇ ਵੀ ਡਰਦੇ ਨੇ। ਉਹਨਾਂ ਨਾਲ ਤੁਸੀਂ ਆਰਗੂ ਕੀਤੀ ਕਿ ਤੁਸੀਂ
ਮੈਂ ਤਾਂ ਆਪਣਾ ਪੱਖ ਰੱਖਿਆ ਵੀ ਤੁਸੀਂ ਮੈਨੂੰ ਕਿੱਦਾਂ ਰੋਕ ਸਕਦੇ, ਮੈਂ ਵਾਹ ਪੈਂਦਾ। ਤੇ ਉਹਨਾਂ ਨੇ ਫਿਰ ਉਹਨਾਂ ਕੋਲ ਜਦੋਂ ਸ਼ਕਤੀ ਨਹੀਂ ਹੁੰਦੀ, ਫਿਰ ਪੁਲਿਸ ਸ਼ਕਤੀ ਇਸੇ ਸੰਸਾਰ 'ਚ ਹੁੰਦੀਆਂ, ਫੌਜਾਂ ਜਾਂ ਜੋ ਵੀ ਹੈ, ਉਸ ਦਾ ਸਹਾਰਾ ਲੈ ਜਾਵੇ। ਫਿਰ ਉਹਨੇ ਪੁਲਿਸ ਨੂੰ ਸੱਦਿਆ, ਜਿਹੜਾ ਕਿ ਉਹਨਾਂ ਨੂੰ ਕਰਨਾ ਚਾਹੀਦਾ ਸੀਗਾ। ਤੇ ਪੁਲਿਸ ਨੇ ਤੁਹਾਡੀ ਗੱਲ ਦਾ ਕੀ ਜਵਾਬ ਦਿੱਤਾ, ਕਿਉਂਕਿ ਜਵਾਬ ਤਾਂ ਦੇਣਾ ਪਿਆ ਪੁਲਿਸ ਨੂੰ? ਕੁਛ ਨਹੀਂ, ਉਹਨੇ ਕਿਹਾ ਹਥਿਆਰ ਫੜੋ, ਅਸੀਂ ਹਥਿਆਰ ਲੈ ਗਏ। ਉਹਨੇ ਤੂੰ ਗੱਡੀ ਲੈ ਜਾ, ਤੇ ਬੱਚਨ ਉੱਥੇ ਛੱਡ ਕੇ ਅੰਦਰ ਵੀ ਗਏ, ਤਾਂ ਅੰਦਰ ਕਿਰਪਾਨਾਂ ਹੋਰ ਪਈਆਂ ਸੀਗੀਆਂ, ਤਾਂ ਲੇਕਿਨ ਉਹਨੇ ਕੁਛ ਨਹੀਂ ਕਿਹਾ, ਤੇ ਉਹਨਾਂ ਨੂੰ ਸਮਾਨ ਦੇ ਕੇ ਚਲੇ ਗਏ। ਬਸ ਇੰਨੀ ਡਿਊਟੀ ਕੀਤੀ ਉਹਨੇ। ਅੱਛਾ, ਤੇ ਜਦੋਂ ਮੈਂ ਫਿਰ ਚੀਕ ਪਾਉਣ ਲੱਗ ਪਿਆ ਜੀ, ਫਿਰ ਵੀ ਚੀਕ ਪਾਉਣ ਲੱਗ ਪਿਆ, ਤੇ ਮੈਨੂੰ ਕੋਈ ਕਹਿੰਦਾ ਵੀ ਇਹ ਡੇਂਜਰਸ ਹੈ, ਜੇ ਉਹ ਮਤਲਬ ਕਿ ਕਈ ਮੈਨੂੰ ਵਿਚਾਰ ਦਿੱਤੇ, ਪਰ ਜਿੰਨਾ ਚਿਰ ਮੈਨੂੰ ਹੁਕਮ ਸੀਗਾ ਮੈਂ ਪਾਉਂਦਾ ਰਿਹਾ ਬਸ। ਉਹ ਫਿਰ ਆਪਣੇ ਆਪ ਹੀ ਲਾਏ ਤੁਸੀਂ? ਬਸ ਕਈ ਕੁਛ ਆਉਂਦਾ ਰਿਹਾ, ਕਰੋੜਾਂ ਚੀਜ਼ਾਂ ਆਈਆਂ ਤੇ ਕਰੋੜਾਂ ਚੀਜ਼ਾਂ ਚਲੇ ਗਈਆਂ। ਤੁਹਾਨੂੰ ਮੁਖਤਿਆਰ ਸਿੰਘ ਧਾਲੀਵਾਲ ਨਾਮ ਤੋਂ ਚੇਂਜ ਕਰਕੇ ਕਾਲਾ ਕਾਲਾ ਨਾਮ ਕਿਉਂ ਰੱਖਣਾ ਪਿਆ? ਪਹਿਲੀ ਜੀ ਗੱਲ, ਮੁਖਤਿਆਰ ਸਿੰਘ ਜਿਹੜਾ ਨਾਂ ਸੀਗਾ ਉਹ ਸੁਲਤਾਨਪੁਰ ਤੋਂ ਨਾ, ਮੇਰੀ ਮਾਂ ਤੇ ਇੱਕ ਭੈਣ ਤੇ ਇੱਕ ਮਾਸੀ ਦੀ ਕੁੜੀ ਰਾਤ ਰਹੀਆਂ ਉੱਥੇ, ਤੇ ਸਵੇਰ ਨੂੰ ਨਾਂ ਕਢਵਾਇਆ, ਤੇ ਉੱਥੇ ਮੰਮਾ ਆਇਆ ਨਾਮ, ਤੇ ਉਹ ਕਹਿੰਦੇ ਵੀ ਮੰਮਾ ਤੇ ਬਾਪ ਦਾ ਨਾਮ ਮੋਹਨ ਸਿੰਘ, ਉਹ ਕਹਿੰਦੇ ਉਹ ਵੱਡਾ ਜੀ ਤੇ ਛੋਟਾ ਜੀ। ਉੱਥੇ ਦੇਖਿਆ ਸੀ ਮੁਖਤਾਰ ਮੇਰਾ ਨਾਮ ਜਾਣੀ ਕਿ ਰੱਖਿਆ ਗਿਆ। ਅੱਛਾ। ਉਸ ਤੋਂ ਬਾਅਦ ਮੈਂ ਜਰਮਨ ਆ ਗਿਆ, ਤੇ ਮੈਨੂੰ ਨਹੀਂ ਪਤਾ ਸੀ ਸਰਨੇਮ ਵੀ ਹੁੰਦਾ ਜਾਂ ਕਿੱਦਾਂ ਲਾਉਣੇ ਪੈਂਦੇ ਆ। ਉਹ ਕਹਿੰਦੇ ਤੈਨੂੰ ਸਰਨੇਮ ਵੀ ਲਾਉਣਾ ਚਾਹੀਦਾ, ਘਰ ਵਾਲੀ ਕਹਿੰਦੀ। ਤੇ ਮੈਂ ਕਿਹਾ ਸਰਨੇਮ ਕੀ ਹੁੰਦਾ? ਕਹਿੰਦੇ ਧਾਲੀਵਾਲ, ਪਿੰਡ ਧਾਲੀਵਾਲ ਹੀ ਤੇਰਾ ਸਰਨੇਮ। ਮੈਨੂੰ ਤਾਂ ਪਤਾ ਨਹੀਂ ਉੱਥੇ ਰਹਿੰਦਾ। ਤੁਹਾਡਾ ਪਿੰਡ ਧਾਲੀਵਾਲ? ਧਾਲੀਵਾਲ। ਅਖੇ ਜੀ ਉਹੀ ਸਰਨੇਮ। ਮੈਂ ਕਿਹਾ ਜਿਹੜਾ ਪਿੰਡ ਉਹੀ ਧਾਲੀਵਾਲ। ਜਦ ਮੇਰੇ ਪਾਸੇ ਉਹੀ ਫਿਰ ਪਾਸਪੋਰਟ ਤੇ ਮੁਖਤਿਆਰ ਸਿੰਘ ਧਾਲੀਵਾਲ ਹੋ ਗਿਆ। ਮੁਖਤਿਆਰ ਸਿੰਘ ਧਾਲੀਵਾਲ ਹੋ ਗਿਆ, ਤੇ ਉਹ ਫਿਰ ਚੱਲਦਾ ਰਿਹਾ ਮੁਖਤਿਆਰ ਸਿੰਘ ਧਾਲੀਵਾਲ ਸਾਰੇ ਪੇਪਰਾਂ ਦੇ ਵਿੱਚ। ਮੈਂ ਫੇਸਬੁੱਕ ਤੇ ਮੁਖਤਿਆਰ ਸਿੰਘ ਧਾਲੀਵਾਲ ਪਾਤਾ, ਲੋਕਾਂ ਨੇ ਇੰਨੀ ਕਿ ਜਾਣੀ ਕਿ ਉਹ ਮੁਖਤਿਆਰ ਸਿੰਘ ਧਾਲੀਵਾਲ ਦੇ ਕੇ ਬੜੀ ਰੌਲੀ ਪਾਉਂਦੇ। ਜਿਸ ਤਰ੍ਹਾਂ ਹੁਣ ਵੀ ਕਈ ਆਰਟਿਸਟ ਨੇ, ਉਹਨਾਂ ਦਾ ਨਾਂ ਕੌਰ ਹੈ ਸਿੰਘ, ਤੇ ਉਹਨਾਂ ਦੇ ਨਾਲ ਬੜੀ ਜੈਲਸੀ ਕੀਤੀ ਜਾਂਦੀ, ਨਾਂ ਲਾ ਦਿਓ ਜੇ ਕਰੋ। ਇੱਕ ਦਿਨ ਮੇਰੇ ਅੰਦਰ ਵਿਚਾਰ ਆਇਆ, ਤੇ ਵਿਚਾਰ ਜਦੋਂ ਆਇਆ ਤੇ ਮੈਂ ਕਿਹਾ ਯਾਰ ਕਾਲਾ ਤਾਂ ਹੈ ਹੀ ਆ, ਤੇ ਮੈਂ ਕਿਹਾ ਉੱਚੇ ਮਤਲਬ ਕਿ ਚੇਂਜ ਕਰ ਦਿੰਦੇ ਕੀ ਲੈਣਾ ਨਾਵਾਂ ਦੇ ਵਿੱਚ, ਜੇ ਰੱਬ ਨਹੀਂ ਕਹਿੰਦਾ। ਨਹੀਂ, ਮੇਰਾ ਨਾਂ ਕਾਲਾ ਜਿਹੜਾ ਸੀਗਾ, ਜਦੋਂ ਮੈਂ ਪੈਦਾ ਹੋਇਆ ਨਾ, ਇੱਕ ਸਾਡਾ ਤਾਇਆ ਉਹ ਮਹਿੰਗਾ ਸਿੰਘ ਦਾ ਪਰਿਵਾਰ ਦੇ ਵਿੱਚੋਂ ਆਇਆ, ਤੇ ਮੇਰੇ ਬਾਪ ਦਾ ਰੰਗ ਵੀ ਪੱਕਾ ਜਿਹਾ ਸੀ ਥੋੜਾ ਜਿਹਾ, ਤੇ ਮਾਂ ਦਾ ਰੰਗ ਸਾਫ਼ ਸੀਗਾ, ਤੇ ਉਹ ਕਹਿੰਦਾ ਮੋਹਨ ਸਿਆ ਮੁੰਡਾ ਤਾਂ ਕਾਲਾ ਜਿਹਾ ਹੀ ਲੱਗਦਾ। ਉਹ ਲੋਕੀ ਕਾਲਾ ਕਹਿਣ ਲੱਗ ਪਏ। ਕਾਲਾ ਹੀ ਕਹਿੰਦੇ ਸੀ। ਮੁਖਤਿਆਰ ਸਿੰਘ ਦੇ ਪੇਪਰਾਂ ਦੇ ਵਿੱਚ ਸੀਗਾ। ਅੱਛਾ ਜੀ। ਕਾਲੇ ਦੇ ਨਾਂ ਨਾਲ ਮੈਨੂੰ ਜਾਣਦੇ ਸੀਗੇ। ਤੇ ਫਿਰ ਜਦੋਂ ਫੇਸਬੁੱਕ ਤੇ ਨਾਮ ਮੁੰਡਾ ਮੇਰੇ ਕੋਲ ਚੇਂਜ ਨਾ ਹੋਵੇ, ਫੋਨ ਤੇ ਚੇਂਜ ਨਾ ਕਰ ਲਾਓ ਨਾ ਆਪਸ਼ਨ, ਫਿਰ ਮੈਂ ਇੱਕ ਮੁੰਡੇ ਨੂੰ ਸ਼ੈਪਰਡ ਵਿੱਚ ਪੁੱਛਿਆ ਵੀ, ਮੈਂ ਕਿਹਾ ਵੀ ਯਾਰ ਮੈਂ ਨਾਂ ਚੇਂਜ ਕਰਾਂ, ਕੋਈ ਕੰਪਿਊਟਰ ਸੀਗਾ, ਤੇ ਉਹਨੇ ਫਿਰ ਕੰਪਿਊਟਰ ਦੇ ਉੱਤੇ ਜਾਣੀ ਕਿ ਉਹ ਜਿਹੜਾ ਨਾਂ ਜਿਹੜਾ ਮੇਰਾ ਚੇਂਜ ਕਰਨ ਲੱਗਾ। ਉਹ ਕਹਿੰਦਾ ਵੀ, ਮੈਂ ਕਿਹਾ ਵੀ ਫਸਟ ਨੇਮ ਵੀ ਤੇ ਸਰ ਨੇ ਵੀ ਕਾਲਾ। ਉਹ ਕਹਿੰਦਾ ਨਹੀਂ, ਤੈਨੂੰ ਮਿਡਲ ਨੇਮ ਵੀ ਪਾਉਣਾ ਪੈਣਾ। ਮੈਂ ਕਿਹਾ ਕਾਲਾ 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 ਚੱਲਣ ਦੇ। ਫਿਰ ਨਾਂ ਅਸਲ ਵਿੱਚ ਮੈਂ ਕਾਲਾ ਕਾਲਾ ਜਾਣੀ ਕਿ ਉਹ ਜਿਹੜਾ ਇੱਕ ਮਾਈਂਡ ਦੇ ਵਿੱਚ ਆ ਗਿਆ ਵੀ ਕਾਲਾ ਕਾਲਾ। ਫਿਰ ਉਹੀ ਕਾਗਜ਼ਾਂ 'ਚ ਕਰਾ ਲਿਆ ਕਾਲਾ। ਫਿਰ ਪਰ ਪਹਿਲਾਂ ਮੀਡੀਆ ਦੇ ਵਿੱਚ ਆਇਆ ਕਾਲਾ ਕਾਲਾ, ਫੇਸਬੁੱਕ ਤੇ ਆ ਗਿਆ, ਕਾਲਾ ਕਾਲਾ ਕਲਰਸ ਆ ਗਿਆ ਉੱਤੇ, ਆਪਣੇ ਦੂਸਰੇ ਤੇ ਇੰਸਟਾਗ੍ਰਾਮ ਤੇ ਮੈਂ ਬੜੇ ਨਾਮ ਚੇਂਜ ਕੀਤੇ ਨੇ, ਕਾਲਾ ਡੌਗੀ ਜੇ ਉਹ ਚੜੀ। ਪਰ ਮੇਰਾ ਫਰੈਂਡ ਕਹਿੰਦਾ ਕਿ ਬ੍ਰਾਂਡ ਬਣ ਚੁੱਕੀ ਆ, ਤੁਹਾਨੂੰ ਕਾਲਾ ਕਲਰ ਨਹੀਂ ਰਹਿੰਦੇ। ਜਿਹਨੇ ਨਾਮ ਮੇਰੇ ਫਰੈਂਡ ਨੇ ਰੱਖਿਆ ਉਹ ਬਹੁਤ ਮਸ਼ਹੂਰ ਆਰਟਿਸਟ ਹੈ, ਉਹ ਵੀ ਇੱਕ ਲਿਵਿੰਗ ਆਰਟ ਹੈ, ਪਰਮਾਤਮਾ ਵੱਲੋਂ ਬਖਸ਼ਿਸ਼ ਹੈ ਜੀ। ਮੈਂ ਤੁਹਾਨੂੰ ਸ਼ਾਇਦ ਫੋਟੋ ਵੀ ਦਿਖਾਈ ਸੀ। ਹਾਂਜੀ ਹਾਂਜੀ। ਤੇ ਉਸਨੇ ਰੱਖਿਆ ਸੀ, ਤੇ ਉਹ ਨਾਮ ਫਿਰ ਕਾਲਾ ਕਾਲਾ ਕਲਰ, ਤੇ ਉਹ ਕਾਲਾ ਫਿਰ ਮੇਰੇ ਪੇਪਰਾਂ 'ਚ ਵੀ ਹੋ ਗਿਆ, ਪਾਸਪੋਰਟ ਦੇ ਲਾਇਸੈਂਸ ਤੇ ਬੈਂਕਿੰਗ ਤੇ ਵੀ ਹੋ ਗਿਆ, ਤੇ ਫੇਸਬੁੱਕ ਤੇ ਵੀ ਹੋ ਗਿਆ, ਸਾਰੇ ਬੰਨੇ ਹੋਣਾ। ਤੇ ਹੁਣ ਕਾਲਾ ਕਾਲਾ ਉਹ ਬਾਬਾ ਕਹਿਣ ਲੱਗ ਪਏ ਨੇ। ਦੇਖੋ ਮੈਂ ਤਾਂ ਨਾ ਬਾਬਾ, ਤੇ ਨਾ ਮੈਂ ਕੋਈ ਆਪਣੇ ਆਪ ਨੂੰ, ਮੈਨੂੰ ਮੇਰੇ ਨਾਲ ਗੁਰੂ ਵੀ ਲੱਗ ਗਿਆ। ਸੋ ਉਹਦੇ ਵਿੱਚ ਇੱਕ ਕਿਸੇ ਨੇ ਗੁਜਰਾਤੀ ਮੁੰਡਾ ਇੱਥੇ ਦਾ ਜੰਮਿਆ ਪੜਿਆ ਗਰਾਂ ਦਾ, ਉਹਨੇ ਇੱਕ ਡਾਕੂਮੈਂਟਰੀ ਬਣਾਈ ਮੇਰੇ ਬਾਰੇ। ਡਾਕੂਮੈਂਟਰੀ ਬਣਾਈ ਹੈ ਕਿ ਮੈਗਜ਼ੀਨ ਦੇ ਵਿੱਚ ਉਹਨੇ ਮੇਰੀਆਂ ਫੋਟੋ ਦੇਣੀਆਂ ਸੀ, ਤੇ ਫੋਟੋ ਜਿੱਦਾਂ ਆਉਣੀਆਂ ਸੀਗੀਆਂ, ਤੇ ਉਹਨੇ ਜਦੋਂ ਡਾਕੂਮੈਂਟਰੀ ਤਿਆਰ ਕਰ ਦਿੱਤੀ ਨਾ, ਤੇ ਉਹ ਡਾਕੂਮੈਂਟਰੀ 'ਚ ਉਹਨਾਂ ਨੇ ਨਾਂ ਰੱਖ ਕੇ ਤੇ ਮੈਨੂੰ ਫੇਰ ਜਾਨੀ ਕੰਟੈਕਟ ਕੀਤਾ, ਗੁਰੂ ਆਫ ਸੋਹੋ। ਕਿਉਂਕਿ ਉਹਨੇ ਮੈਨੂੰ ਪਹਿਲਾ ਸਵਾਲ ਇਹ ਪੁੱਛਿਆ ਅੰਗਰੇਜ਼ੀ ਦੇ ਵਿੱਚ ਡਾਕੂਮੈਂਟਰੀ 'ਚ, ਕਹਿੰਦਾ ਹੂ ਆਰ ਯੂ? ਮੈਂ ਕਿਹਾ ਰੀਅਲੀ ਐਂਡ ਟਰੂਲੀ ਆਨਸਰ ਆਈ ਡੋਂਟ ਨੋ। ਬਸ ਅਸਲ ਦੇ ਵਿੱਚ ਮੈਨੂੰ ਪਤਾ ਨਹੀਂ ਮੈਂ ਕੌਣ ਹਾਂ। ਪਰ ਛੋਟਾ ਜਿਹਾ ਆਨਸਰ ਇਹ ਆ, ਬਾਅਦ ਵਿੱਚ ਸੈਕੰਡ ਜਿਹੜਾ ਸੈਂਟੈਂਸ ਆ, ਵੀ ਅਸੀਂ ਉਸ ਪਰਮਾਤਮਾ ਦਾ ਜਿਹੜਾ ਪ੍ਰਕਾਸ਼ ਆ, ਕਰੋੜਾਂ ਅਰਬਾਂ ਜਿੱਦਾਂ ਬ੍ਰਹਿਮੰਡ ਜਿਹੜੇ ਹੈਗਾ, ਉਹਦਾ ਇੱਕ ਨਿੱਕਾ ਜਿਹਾ ਇੱਕ ਅੰਸ਼ ਹੈ, ਨਿੱਕਾ ਜਿਹਾ, ਜਾਣੀ ਕਿ ਪਰੀ ਕਿ ਜਾਏ ਨਾ ਕਿ ਜਿਹਨੂੰ ਸਮਝਾ ਨਹੀਂ ਸਕਦੇ। ਤੇ ਫਿਰ ਉਹਨੇ ਗੁਰੂ ਆਫ ਸੋਹੋ ਪਾਤਾ। ਫਿਰ ਹੁਣ ਜੇ ਟਿਕਟੋਕ ਤੇ ਕਾਲਾ ਕਾਲਾ ਬਾਬਾ ਉਹ ਮਰੋ ਕਰ ਦਿੱਤਾ, ਜੋ ਪੰਜਾਬੀਆਂ ਨੇ ਪਿਆਰ ਦਿੱਤਾ, ਇਹਨਾਂ ਨੂੰ ਬਾਬਾ ਨਜ਼ਰ ਆਉਂਦਾ। ਗਾਲਾਂ ਤਾਂ ਮੈਂ ਕੱਢਦਾ, ਦੇਖੋ ਜਿੱਦਾਂ ਕਿ ਮੇਰਾ ਖਿਆਲ ਹੈ ਕਿ ਜੱਟ ਕੱਢਦਾ ਨਾ ਉੱਥੇ ਪਹੂਆਂ ਨੂੰ ਵੀ, ਤੇ ਇਹਦਾ ਤੁਹਾਡੀ ਉਹ ਫਲਾਣੇ ਤੋਂ ਫਲਾਣੇ ਜਿੱਦਾਂ ਆਪਾਂ ਵਰਤੀ ਦਾ, ਉਹ ਤੋਂ ਮੇਰਾ ਖਿਆਲ ਡੀਪ ਵਰਡ ਜਿਹੜੇ ਪਤਾ ਨਹੀਂ ਮੈਂ ਸਦੀਆਂ ਤੋਂ ਸੁਣ ਰਿਹਾ, ਫਿਰ ਕਰੋੜਾਂ ਸਦੀਆਂ ਤੋਂ ਜਿਹੜੇ ਮੇਰੇ ਅੰਦਰ ਇਹ ਲਫ਼ਜ਼ ਆ ਰਹੇ ਨੇ, ਮੈਂ ਲਫ਼ਜ਼ ਘੱਟ ਹੀ ਵਰਤੇ ਸੀ ਜ਼ਿੰਦਗੀ ਦੇ ਵਿੱਚ। ਅੱਛਾ, ਹੁਣ ਇੱਥੇ ਜਾਣ ਕੇ ਕਾਫੀ ਐਕਸਪਰਟ ਜਾਣੀ ਕਿ ਇਹ ਗਾਲਾਂ ਦੇ ਵਿੱਚ ਵੀ ਹੋਣਾ ਪਿਆ, ਕਿਉਂਕਿ ਉਹ
ਮੈਂ ਅਮਰਜੀਤ ਨੂੰ ਦੇਖਿਆ ਵੀ ਵਾਹ ਐਕਸਪਰਟ ਕਹਿੰਦੇ ਕੁੱਤੇ ਦਾ ਪੁੱਤਾ, ਉਹ ਬਹੁਤ ਕਹਿੰਦੀ ਇਦਾਂ ਤੇ ਕੁੱਤੇ ਦੇ ਪੁੱਤ। ਉਹ ਕੌਣ ਨੇ, ਕੋਈ ਤੁਹਾਡੇ ਫਰੈਂਡ ਨੇ? ਫਰੈਂਡ ਕਿੱਥੇ ਆ? ਅੱਛਾ, ਟਿਕਟੌਕ ਤੇ ਪਰਿਵਾਰ ਅੱਛਾ ਟਿਕਟੌਕ ਤੇ ਪਰਿਵਾਰ ਹੈ ਕੋਈ। ਤੇ ਉਹ ਗਾਲਾਂ ਕੱਢਦੇ, ਉਹਨਾਂ ਨੂੰ ਦੇਖ ਕੇ ਫਿਰ ਤੁਸੀਂ ਦੇਖਿਆ ਵੀ ਮੈਂ ਕਿਹਾ ਇਹ ਗਾਲਾਂ ਕੱਢਦੀ ਆ ਜੇ ਇਹ ਕੱਢ ਸਕਦੀ ਸਾਨੂੰ ਵੀ ਆ, ਉਹਦੇ ਇੰਨੇ ਫਾਲੋਅਰ ਨੇ, ਅਸੀਂ ਤਾਂ ਜੇ ਬੱਚੇ ਸਾਡੇ ਕੋਲ ਕੁਝ ਵੀ ਨਹੀਂ ਹੈਗਾ। ਤੇ ਪਰ ਤੁਹਾਨੂੰ ਤਾਂ ਸਪਿਰਚੁਅਲਿਜ਼ਮ ਦੇ ਵਿੱਚ ਪਰਮਾਤਮਾ ਦੀ ਸਿਰਫ ਉਧਰਲੇ ਪਾਸੇ ਨਿਗਾਹ ਰੱਖਣੀ ਚਾਹੀਦੀ ਹੈ। ਤੁਸੀਂ ਇਹਨਾਂ ਗਾਲਾਂ ਜਿਹੜੀਆਂ ਇਫੈਕਟ ਆਫ ਲਾਈਫ ਹੈ। ਜੇ ਸੈਕਸ ਦੀ ਗੱਲ ਕਰ ਰਹੇ ਹਾਂ ਤਾਂ ਸੈਕਸ ਜਿਹੜਾ ਹੈਗਾ ਉਹ ਤੇ ਇੱਕ ਪਰਮਾਤਮਾ ਉਹਦਾ ਖੁਦ ਰੂਪ ਹੈ। ਮਤਲਬ ਕਿਤੇ ਇਹ ਤਾਂ ਨਹੀਂ ਹੈਗਾ ਕਿ ਜਿਹੜਾ ਪ੍ਰਮਾਤਮਾ ਦਾ ਰਸਤਾ ਉਹ ਤਾਂ 10ਵੇਂ ਦੁਆਰ ਥਣੀ ਜਾਂਦਾ ਉੱਤੇ, ਜਦੋਂ ਸਾਰੀ એનર્ਜੀ ਉੱਤੇ ਚੜ ਜਾਂਦੀ ਹੈ। ਜਿਹੜੀ ਥੱਲੇ ਨੂੰ ਚੜ ਜਾਂਦੀ ਹੈ ਉਹ ਬੱਚੇ ਪੈਦਾ ਕਰਦੀ ਹੈ, ਜਿਹੜੀ ਥੱਲੇ ਉਤਰ ਜਾਂਦੀ ਹੈ। ਤੇ ਤੁਹਾਡੇ ਵਾਲੀ ਜਿਹੜੀ ਮੈਂ ਦੇਖ ਰਿਹਾ ਜਿੰਨੀਆਂ ਵੀ ਤੁਹਾਡੀਆਂ ਵੀਡੀਓ ਜਾਂ ਮੈਂ ਸੋਸ਼ਲ ਮੀਡੀਆ ਤੇ ਤੁਹਾਨੂੰ ਦੇਖਦਾ ਆ, ਇਹਦਾ ਲੱਗਦਾ ਕਿ ਤੁਹਾਡੀ ਉੱਤੇ ਨੂੰ 10ਵੇਂ ਦੁਆਰ ਵਾਲੇ ਪਾਸੇ ਨੂੰ એનર્ਜੀ ਘੱਟ ਚੜੀ ਹੋਈ ਹੈ, ਥੱਲੇ ਨੂੰ ਜ਼ਿਆਦਾ। ਜੇ ਰੱਬ ਸਾਰੇ ਬਣਿਆ ਤੇ ਸਾਰੇ ਬਣੇ ਫਲੋ ਹੋਏਗਾ। ਉੱਪਰ ਥੱਲੇ ਕੀ ਆ, ਜਦੋਂ ਸਾਨੂੰ ਕੋਈ ਚੀਜ਼ ਖਾਣੇ ਪਹੁੰਚਾਉਂਦਾ ਉਹੀ ਆ, ਉਹਦੇ ਵਿੱਚੋਂ ਸਾਰਾ ਕੁਝ ਖੂਨ ਬਣਾਉਣ ਤੱਕ, ਸਪਰਮ ਬਣਾਉਣ ਤੱਕ, ਪਿਸ਼ਾਬ ਜਿਹੜਾ ਮਿੱਝ ਸਾਰੇ ਜਿਹਨੂੰ ਅਸੀਂ ਟੋਇਲਟ ਨੇ ਸਾਰਾ ਕੁਝ ਬਣਾਉਣਾ। ਜੇ ਉਹ ਨਾ ਬਣੇ ਤਾਂ ਅਸੀਂ ਜੀ ਨਹੀਂ ਸਕਦੇ। ਰੋਮ ਦੇ ਵਿੱਚੋਂ ਜਿਹੜੀ ਚੀਜ਼ ਨਹੀਂ ਚਾਹੀਦੀ ਮੈਲ ਉਹ ਕੱਢਦਾ। ਤੁਸੀਂ ਪੜ੍ਹੇ ਕਿੰਨੇ ਹੋ ਜੀ? ਪੜ੍ਹਿਆ ਮੈਂ ਵੈਸੇ ਜਿਹੜੇ ਪ੍ਰੈਪ ਜਿਹਨੂੰ ਕਹਿੰਦੇ ਹੁੰਦੇ ਸੀ ਉਹ। ਅੱਛਾ 10ਵੀਂ ਹੀ ਲਾ ਲਓ। ਨਹੀਂ 10ਵੀਂ ਨਹੀਂ ਹੋਇਆ, ਜਿਹੜਾ ਉਹ ਐਕਸਪੀਰੀਅੰਸ ਕਾਲਜ 'ਚ ਹੋਇਆ ਉਹ ਡਿਫਰੈਂਟ। 1 ਸਾਲ ਪੇਪਰ ਦਿੱਤੇ ਨਹੀਂ ਜਾਣ, ਗੈਲੀ ਕਰਤੀ ਭਿੰਡਰਾਂਵਾਲੇ ਦਾ ਜਦੋਂ ਸੀਗਾ, ਜਿੱਦਾਂ 83 ਦਾ ਜੋ ਵੀ ਹੋਇਆ ਤੇ ਉਸ ਸਾਲ ਦੇ ਵਿੱਚ ਮੈਂ ਉਹ ਕਲਾਸ ਜਿੱਦਾਂ ਪਾਸ ਨਹੀਂ ਕਰ ਸਕਿਆ। ਤੇ ਮੈਂ ਦੂਸਰੇ ਸਾਲ ਦੇ ਵਿੱਚ ਫਿਰ ਮੈਂ ਨਾਨਕਿਆਂ ਦੇ ਰਿਹਾ ਤੇ ਮੈਂ ਕਲਾਸ ਪ੍ਰੈਪ ਜਿਹੜੀ ਕੀਤੀ ਪਾਸ, ਤੇ ਪ੍ਰੈਪ ਪਾਸ ਕਰਕੇ ਫਿਰ ਮੈਂ ਜਾਣੀ ਕਿ 2 ਸਾਲ ਦਾ ਮੇਰਾ ਤਜਰਬਾ। ਹਾਂ, ਜਿਹੜੇ ਸਾਡੇ ਵੇਲੇ ਜਾਂ ਤੁਹਾਡੇ ਵੇਲੇ ਗੱਲ ਕਰਦੇ ਹੋ ਤੁਸੀਂ ਕਿ ਪ੍ਰੈਪ ਕੀਤੀ, ਤੇ ਉਸ ਵੇਲੇ ਤਾਂ ਜਿਹੜੀ ਇੰਗਲਿਸ਼ ਦੀ ਕਮਾਂਡ ਇੰਨੀ ਹੈ ਸੀ। ਹਾਊ ਡਿਡ ਯੂ ਲਰਨ? ਆਈ ਹੈਵ ਸੀਨ ਯੂ so many times talking with the English people in Soho, and you have a brilliant conversation and accent of English as well. How the hell did you learn this English from? ਪਹਿਲੀ ਗੱਲ ਇਹ ਆ ਵੀ ਮੈਂ ਕਦੀ ਮੈਨੂੰ ਜਿਹੜਾ ਸੱਚਾਈ ਦਾ ਪੱਖ ਦੇਖਣਾ ਚਾਹੁੰਦਾ, ਜੇ ਮੈਂ ਗਾਣਾ ਸੁਣਦਾ ਇੰਗਲਿਸ਼ ਦਾ ਮੈਨੂੰ ਬਿਲਕੁਲ ਨਹੀਂ ਸਮਝ ਲੱਗਦੀ। ਜੇ ਮੈਂ ਫਿਲਮ ਦੇਖਾਂ ਤਾਂ ਮੈਨੂੰ ਬਿਲਕੁਲ ਨਹੀਂ ਸਮਝ ਲੱਗਦੀ। ਤੇ ਜੇ ਕੋਈ ਲਫ਼ਜ਼ ਕੋਈ ਡੀਪ ਬੋਲਦਾ ਮੇਰੇ ਉੱਪਰ ਦੀ ਲੰਘ ਜਾਂਦੇ ਨੇ। ਤੇ ਜਿਹੜੇ ਜੇਸੀ ਦੇ ਲਫ਼ਜ਼ ਕੁਝ ਪੜ੍ਹੇ ਹੋਏ ਨੇ ਨਾ ਉਹ ਬੜਾ ਪਲੇ ਕਰਦੇ ਆ ਵੀ ਜਾਣੀ ਕਿ ਇੱਧਰ ਨੂੰ ਹੈ। ਉਹਦੇ ਵਿੱਚ ਗੀਤ ਵੀ ਲਿਖੇ ਹੋਏ ਨੇ, ਗਾਈਦਾ ਵੀ ਆ। ਸੋ ਟੂ ਬੀ ਵੈਰੀ ਓਨੈਸਟ, ਜਿਹੜੀ ਤੁਹਾਡੀ ਡਿਕਸ਼ਨਰੀ ਹੈ ਇੰਗਲਿਸ਼ ਦੀ ਉਹ ਛੋਟੀ ਹੈ, 90-95 ਵਰਡ ਦੀ ਹੈ। ਉਹਦੇ ਵਿੱਚ ਰੋਟੇਟ ਕਰਦੇ ਉਹ ਜਾਣੀ ਕਿ ਇਦਾਂ ਭੱਜਦੀ ਆ ਵੀ ਜਿੱਦਾਂ ਉਹ ਕਰਲੋਸਕਰ ਇੰਜਨ ਹੁੰਦਾ ਨਾ, ਇੱਕ ਹੁੰਦਾ ਵੱਡਾ 8 ਦਾ ਹੁੰਦਾ, 8 ਦੇ ਨਾਲ ਟਿਕ ਚੱਲਣਾ ਹੁੰਦਾ। ਇਹ ਚੱਲਦਾ ਬੜਾ। ਮੈਨੂੰ ਤੁਹਾਡੇ ਕਰਲੋਸਕਰ ਤੋਂ ਯਾਦ ਆ ਗਿਆ ਕਿ ਸਾਡੇ ਜ਼ਮਾਨੇ 'ਚ ਜਦੋਂ ਅਸੀਂ ਖੇਤੀ ਕੀਤੀ ਹੈ ਖੁਰਪੇ ਦੇ ਦਾਤੀਆਂ ਨਾਲ, ਉਦੋਂ ਬਾਈਲਾਰਸ ਟਰੈਕਟਰ ਹੁੰਦਾ ਸੀ ਇੱਕ, ਲਾਲ ਕਲਰ ਦਾ। ਉਦੋਂ ਵੱਡਾ ਟਰੈਕਟਰ ਕੋਈ ਨਹੀਂ ਸੀ। ਤੇ ਫਿਰ ਥੋੜੀ ਦੇਰ ਬਾਅਦ ਉਦੋਂ ਬਾਅਦ ਆਇਆ ਸੀ ਪੀਲੇ ਰੰਗ ਦਾ ਹਿੰਦੁਸਤਾਨ। ਇਹਨਾਂ ਦੋਹਾਂ ਟਰੈਕਟਰਾਂ ਦੀ ਆਪਸ ਜਿੱਦ ਲੱਗਦੀ ਸੀ, ਪਰ ਜਿਹੜਾ ਬਾਈਲਾਰਸ ਸੀ ਉਹ ਰਸ਼ੀਆ ਦਾ ਟਰੈਕਟਰ ਸੀ। ਮੈਨੂੰ ਤਾਂ ਤੁਸੀਂ ਕਰਲੋਸਕਰ ਨਹੀਂ ਲੱਗਦੇ, ਮੈਨੂੰ ਤਾਂ ਅੱਜ ਕੱਲ ਤੁਸੀਂ ਬਾਈਲਾਰਸ ਲੱਗਦੇ ਹੋ। ਪਰ ਬਲਕਿ ਇੱਕ ਗੱਲ ਮੈਂ ਹੋਰ ਕਹਿ ਦਵਾਂ ਇੱਥੇ, ਤੇ ਸ਼ਾਇਦ ਮੈਨੂੰ ਨਹੀਂ ਪਤਾ ਕਿ ਕਿੱਦਾਂ ਲੋਕੀ ਫੀਲ ਕਰਨਗੇ, ਕਿ ਇੱਕ ਇੰਡੀਆ ਦੇ ਵਿੱਚ ਜਿਹੜੇ ਚਲਾਰੂ ਨੇ ਉਹਨਾਂ ਨੂੰ ਤਾਂ ਸ਼ਾਇਦ ਇਸ ਗੱਲ ਦਾ ਨਾ ਪਤਾ ਹੋਵੇ, ਤੁਸੀਂ ਅੰਡਰਸਟੈਂਡ ਕਰੋ। ਜਦੋਂ ਕਿਸੇ ਨੇ ਕੱਟਾ ਛੱਡਣਾ ਹੁੰਦਾ ਸੀ ਨਾ, ਕੱਟਾ ਛੱਡ ਦਿੰਦੇ ਸੀ ਕਿ ਲੈ ਵੀ ਇਹ ਸਾਡਾ ਨਹੀਂ ਰਿਹਾ, ਇਹ ਪਿੰਡ ਦਾ ਹੋ ਗਿਆ, ਅਵਾਰਾ ਹੋ ਗਿਆ। ਹਾਂ, ਅਵਾਰਾ ਨਹੀਂ, ਉਹ ਪਿੰਡ 'ਚ ਹੀ ਰਹਿੰਦਾ ਸੀ। ਮਤਲਬ ਉਹਦੇ ਤੋਂ ਜਿਹੜਾ ਅੱਗੇ ਸੰਤਾਨ ਤੋਰਨੀ ਸੀ ਮੱਝਾਂ ਦੀ, ਉਹਦੇ ਤੋਂ ਉਹ ਕੰਮ ਲਿਆ ਜਾਂਦਾ ਸੀ। ਸਾਂਭ ਕਹਿੰਦੇ ਸੀ ਝੋਟਾ। ਹਾਂਜੀ, ਝੋਟਾ ਸਾਂਭ। ਕੱਟੇ ਨੂੰ ਛੱਡ ਕੇ ਝੋਟਾ ਬਣਦਾ, ਜਦੋਂ ਉਹਨੂੰ ਖੁੱਲਾ ਛੱਡ ਦਿੰਦੇ ਤੁਸੀਂ ਸੰਗਲ ਤੋੜਨੇ। ਤੇ ਪਹਿਲਾ ਰਿਵਾਜ ਕੀ ਹੁੰਦਾ ਸੀ ਕਿ ਇਸ ਕੱਟੇ ਦੇ ਕੋਈ ਡਾਂਗ ਜਾਂ ਗੰਡਾਸਾ ਨਾ ਮਾਰੇ, ਤਾਂ ਉਹਦੇ ਤੇ ਕੀ ਕਰਦੇ ਸੀ, ਸਰੀਆ ਤੱਤਾ ਕਰਕੇ ਉਹਦੇ ਪੁੜੇ ਤੇ ਐਸ ਲਿਖ ਦਿੰਦੇ ਸੀ। ਕਾਲਾ ਕੱਟਾ ਹੁੰਦਾ ਸੀ ਤੇ ਉਹਦੇ ਵਿੱਚ ਜਿੱਥੇ ਸਰੀਆ ਫੜਦਾ ਸੀ ਨਾ, ਉਹਦਾ ਮਾਸ ਜਿਹੜਾ ਸੀ ਉਹ ਛਿੱਲਿਆ ਜਾਂਦਾ ਸੀ ਤੇ ਉੱਥੇ ਚਮੜੀ ਨਿਕਲ ਜਾਂਦੀ ਸੀ ਚਿੱਟੀ। ਤੇ ਉਹ ਉਹਦੇ ਪੁੜੇ ਤੇ ਐਸ ਪਰਮਾਨੈਂਟਲੀ ਲਿਖਿਆ ਜਾਂਦਾ ਸੀ। ਤੇ ਫਿਰ ਉਹ ਜਦੋਂ ਜਾਂਦਾ ਸੀ, ਕਿਸੇ ਦੇ ਪੱਠੇ ਖਾਂਦਾ ਸੀ, ਕਿਸੇ ਦੀ ਫਸਲ 'ਚ ਵੜਦੀ ਸੀ, ਤਾਂ ਲੋਕ ਮੋੜ ਤਾਂ ਦਿੰਦੇ ਸੀ ਉਹਨੂੰ ਜੇ ਉਹ ਮੁੜਨਾ ਚਾਹੁੰਦਾ ਸੀ। ਕਿਸੇ ਦੀ ਖੁਰਲੀ 'ਚ ਜਾ ਕੇ ਪੱਠੇ ਖਾ ਲਏ, ਕਿਸੇ ਦੀ ਫਸਲ 'ਚ ਵੜ ਗਿਆ, ਤੇ ਉਹ ਮੌਜੀ ਜਿਹਾ ਹੋ ਜਾਂਦਾ ਸੀ। ਜਿੱਥੇ ਜੀ ਕੀਤਾ ਉਹ ਖਾ ਗਿਆ ਤੇ ਉੱਥੇ ਹੀ ਸੌ ਜਾਂਦਾ ਸੀ। ਤੇ ਉਦੋਂ ਬਾਅਦ ਫਿਰ ਉਹ ਸਰਕਾਰੀ ਸਾਂਢ ਉਹਨੂੰ ਕਹਿੰਦੇ ਸੀ, ਸਰਕਾਰੀ ਸਾਂਢ। ਮੈਨੂੰ ਤਾਂ ਇਦਾਂ ਲੱਗਦਾ ਕਿ ਹੁਣ ਇਹ ਗੱਲ ਬੜੀ, ਮੈਨੂੰ ਤੁਹਾਡੀ ਮੈਂ ਗੱਲ ਨੂੰ ਰੋਕਦਾ। ਇੱਕ ਮੇਰਾ ਦੋਸਤ ਲਖਵਿੰਦਰ ਹੈ, 26 ਸਾਲ ਬਾਅਦ ਉਹ ਰਿਪੋਰਟ ਹੋ ਗਿਆ ਇਸ ਕੰਟਰੀ 'ਚ। ਮੇਰਾ ਬੜਾ ਪ੍ਰੇਮ ਹੈ, ਮੈਨੂੰ ਗੱਡੀ ਵੀ ਉਹਨੇ ਲੈ ਕੇ ਦਿੱਤੀ ਸੀ, ਜਿਹੜੀ ਪਹਿਲੀ ਗੱਡੀ ਲਈ ਹੈ। ਬੜੇ ਪੈਸੇ ਉਹਨੇ ਮੇਰੇ ਤੇ ਜਿੱਦਾਂ ਲਾਏ, ਮੇਰੇ ਨਾਲ ਉਹਦਾ ਇੰਨਾ ਪ੍ਰੇਮ ਹੋ ਗਿਆ, ਉਹ ਕਹਿੰਦਾ ਵੀ ਜਾਨ ਵੀ ਹਾਜ਼ਰ ਤੇਰੇ ਵਾਸਤੇ। ਤੇ ਫਿਰ ਥੋੜਾ ਜਿਹਾ ਬਾਅਦ 'ਚ ਘਬਰਾ ਵੀ ਗਿਆ ਵੀ ਇਹ
ਮੈਨੂੰ ਬੜੇ ਸਾਲਾਂ ਨੇ ਕਿਹਾ ਪੈਸੇ ਲੈ ਲਾ, ਮੈਂ ਪੈਸੇ ਨਾ ਲਏ। ਮੈਂ ਕਿਹਾ ਮੈਨੂੰ ਲੋੜ ਨਹੀਂ, ਜਦੋਂ ਲੋੜ ਹੋਈ ਮੈਂ ਲੈ ਲਵਾਂਗਾ। ਚਲੋ ਫਾਈਨਲ ਗੱਲ ਤੋਂ ਮੈਂ ਲੈ। ਉਹਦੇ ਘਰੇ ਮੈਂ ਰਹਿੰਦਾ ਸੀ, ਉਹ ਰਹਿੰਦਾ ਸੀ ਰੋਜ਼ਵਿਲ ਰੋਡ ਤੇ ਤੇ ਉਹ ਕੀ ਹੋਇਆ, ਮੈਂ ਸਾਈਕਲ ਲੈ ਕੇ ਸਵੇਰੇ ਤੇ ਮੈਂ ਕਿਹਾ ਸਾਈਕਲ ਤੇ ਗੇੜੀ ਮਾਰਦਾ, ਸਾਈਕਲ ਤੇ ਜਾਇਆ ਕਰੂੰਗਾ। ਉਹ ਰੱਬ ਕਰੇ ਮੈਂ ਸਾਈਕਲ ਜਦੋਂ ਚਲਾਇਆ ਤੇ ਉਹ ਫਰੋਜ਼ਨ ਸੀਗੀ ਧਰਤੀ, ਜੰਮੀ ਹੋਈ ਧਰਤੀ ਜੀ ਬਰਫ਼ ਦੇ ਨਾਲ। ਤੇ ਉਹ ਮੈਂ ਜਦੋਂ ਮੋੜਿਆ ਤੇ ਸਾਈਕਲ ਜਿਹੜਾ ਉਹ ਚਿਲਕ ਗਿਆ, ਜਦੋਂ ਡਿੱਗ ਪਿਆ ਤੇ ਮੇਰਾ ਮੂੰਹ ਵੱਜਾ ਜਿੱਦਾਂ ਧਰਤੀ ਦੇ ਉੱਤੇ, ਤੇ ਮੇਰੇ ਮੂੰਹ ਦੇ ਉੱਤੇ ਗੋਡੇ ਵੀ ਛਿੱਲੇ ਗਏ ਤੇ ਮੂੰਹ ਦੇ ਉੱਤੇ ਵੀ ਜਿੱਦਾਂ ਖੂਨ ਵਗੈਰਾ ਸਾਰੇ ਬਣੇ। ਤੇ ਜਦੋਂ ਆਇਆ ਤੇ ਮੈਂ ਕਿਹਾ ਇਹ ਜਿਹੜਾ ਸ਼ਿਵ ਆ ਉਹਨੇ ਜਾਣ ਕੇ ਟਿੱਕਾ ਲਾਇਆ ਮੇਰੇ, ਇੱਕ ਟਿੱਕੇ ਨੇ ਕਈ ਟਿੱਕੇ ਲਾਏ, ਉਹ ਮੇਰੇ ਹਜੇ ਵੀ ਦਾਗ ਨੇ। ਸੋ ਉਹ ਤੁਸੀਂ ਜਿਹੜੀ ਸਾਂਝ ਦੀ ਗੱਲ ਕਰ ਰਿਹਾ ਨਾ, ਮੈਨੂੰ ਉਹ ਸ਼ਿਵ ਨੇ ਮੈਨੂੰ ਸ਼ਿਵ ਵੀ ਬਹੁਤ ਚੰਗਾ ਲੱਗਦਾ। ਜੇ ਕੋਈ ਸ਼ਿਵ ਵਰਗਾ ਕੋਈ ਸਾਂਝ ਦੀ ਗੱਲ, ਮੈਂ ਸਰਕਾਰੀ ਸਾਂਝ ਦੀ ਗੱਲ, ਹਾਂਜੀ ਉਹੀ ਗੱਲ ਆ ਵੀ ਉਹ ਮੈਨੂੰ ਲੱਗਾ ਵੀ ਮੇਰੇ ਟਿੱਕਾ ਜਿਹੜਾ ਉਹ ਸ਼ਿਵ ਨੇ, ਜਿਹੜਾ ਤੁਸੀਂ ਕਹਿੰਦੇ ਨਾ ਇਸ ਵਾਲੇ ਆ, ਉਹ ਫਿਰ ਸ਼ਿਵ ਨੇ ਮੇਰੇ ਟਿੱਕਾ ਆਪ ਲਾਇਆ। ਪਰ ਕਿੱਦਾਂ ਲਾਇਆ ਉਹ ਪਤਾ ਨਹੀਂ, ਬਚਣਾ ਹੀ ਨਹੀਂ ਬਚਣਾ, ਜਿੰਨੀ ਜ਼ੋਰ ਨਾਲ ਮੈਂ ਟਿੱਕਾ ਸੀਗਾ। ਮੇਰਾ ਸਾਰਾ ਕੁਝ ਛਿੱਲਿਆ ਗਿਆ ਤੇ ਸੱਟ ਵੀ ਕਾਫੀ ਲੱਗੀ, ਪਰ ਮੇਰੇ ਉਹ ਟਿੱਕੇ ਜਿਹੜੇ ਹਜੇ ਵੀ ਲੱਗੇ ਹੋਏ ਨੇ। ਤੇ ਹੁਣ ਜਿਹੜਾ ਸਰਕਾਰੀ ਸਾਂਝ ਵਾਲਾ ਤੁਹਾਡੇ ਕੰਮਕਾਰ ਵੀ ਹੈਗੇ ਕਿ ਦੇਖਣ ਨੂੰ ਵੀ ਲੱਗਦੇ ਹੋ? ਬਈ ਮੈਂ ਤੇ ਅਸਲ ਦੇ ਵਿੱਚ ਮੇਰੇ ਕੋਲ ਕਿੰਨੇ ਸਾਲ ਹੋ ਗਏ ਨੇ ਮੈਂ ਘਰ ਛੱਡਿਆ ਹੋਇਆ, ਤੇ ਲੋਕਾਂ ਨੂੰ ਕਈਆਂ ਨੂੰ ਗਲਤ ਫਹਿਮੀ ਹੈ ਕਿ ਮੈਂ ਬਹੁਤ ਔਰਤਾਂ ਨਾਲ ਕਿਤੇ ਜਾਣਾ ਜਾਂ ਸੈਕਸ ਕਰਦਾ ਜਾਂ ਮੈਂ ਪ੍ਰੋਸਟੀਟਿਊਸ਼ਨ ਕਰਦਾ, ਜਿਹੜਾ ਕਿ ਲੋਕਾਂ ਨੂੰ ਬਹੁਤ ਵੱਡਾ ਭਰਮ ਹੈ। ਮੇਰਾ ਜਿਹੜਾ ਕੰਮ ਹੈ ਉਹ ਜਾਣਾ ਕਿਤੇ ਜਿੱਥੇ ਮਾਡਲ ਜਿੱਦਾਂ ਮਤਲਬ ਰਾਣੀਆਂ ਜਾਂ ਹੋਰ ਬੜੀਆਂ ਐਕਟਰੀਆਂ ਆਉਂਦੀਆਂ, ਜਿੱਥੇ ਮੈਂ ਜਾਣਾ ਉਹਨਾਂ ਦੇ ਨਾਲ ਨੱਚਣਾ। ਤੇ ਨੱਚਣਾ ਵੀ ਇਹ ਨਹੀਂ ਕਿ ਵੀ ਲੁਕੋ ਕੇ ਸ਼ਰੇਆਮ ਹੈ, ਉਹ ਹੀ ਮੇਰਾ ਇੱਕ ਸੈਕਸ ਕਰਨ ਦਾ ਅੰਦਾਜ਼ ਹੈ। ਵੈਸੇ ਕੱਪੜੇ ਲਾ ਕੇ ਮੈਂ ਕਿਸੇ ਔਰਤ ਦੇ ਨਾਲ ਮੇਰਾ ਕੋਈ ਘੱਟ ਹੀ ਸੰਬੰਧ ਕਿਸੇ ਦੇ ਨਾਲ। ਉਹ ਮਤਲਬ ਕਿ ਇੱਕ ਮੇਰੇ ਕੋਲ ਜਾਪਾਨ ਦੀ ਵੀ ਲੜਕੀ ਆਈ, ਉਹਨੇ ਵੀ ਕਿਹਾ ਕਿ ਮੈਂ ਤਰਨਾ ਤਿਆਰ ਨਹੀਂ ਸੈਕਸ ਕਰਨ, ਉਹਦੇ ਨਾਲ ਮੇਰਾ ਬਹੁਤ ਪ੍ਰੇਮ ਹੈ। ਉਹ ਹੁਣ ਮੈਕਸੀਕੋ ਗਿਆ। ਇੱਕ ਵਾਰੀ ਮੈਂ ਔਰਤ ਦੇ ਨਾਲ ਸੈਕਸ ਕੀਤਾ 9 ਸਾਲਾਂ ਦੇ ਵਿੱਚ। ਅੱਛਾ, ਮਤਲਬ ਜਿਹੜਾ ਜਿੱਦਾਂ ਲੋਕਾਂ ਦੇ ਵਿੱਚ ਤੁਹਾਡੀ ਜਿਹੜੀ ਖਬਰ ਜਾ ਰਹੀ ਹੈ ਆਲੇ ਦੁਆਲੇ ਸੋਸ਼ਲ ਮੀਡੀਆ ਰੌਲਾ ਪਾ ਰਿਹਾ, ਤਾਂ ਉਹਦਾ ਤੁਹਾਨੂੰ ਇਸੇ ਤਰ੍ਹਾਂ ਮੰਨਦੇ ਕਿ ਕਾਮ ਜਿਹੜਾ ਇਸ ਬੰਦੇ ਦੇ ਹਾਂਜੀ ਤੇ ਮੇਰਾ ਜਿਹੜਾ ਕੰਮ ਆਵਾਜ਼ ਸੇ ਹੋ ਜਾਂਦਾ, ਆਵਾਜ਼ ਸੁਣ ਕੇ ਜਦੋਂ ਔਰਤ ਦੀ ਆਵਾਜ਼ ਸੁਣਦਾ ਤੇ ਮੇਰੇ ਅੰਦਰ ਕਾਮ ਦੀ ਆਵਾਜ਼ ਜਾਗਦੀ। ਔਰਤ ਦੇ ਨਾਲ ਮੇਰਾ ਜਿਹੜਾ ਹੈਗਾ, ਇਹਦਾ ਮਤਲਬ ਜਿਹੜੀ ਤੁਹਾਡੀ ਕਾਮ ਦੀ એનર્ਜੀ ਸੀ ਉੱਤੇ ਚੜਾ ਲਈ ਤੁਸੀਂ? ਨਹੀਂ ਆਪ ਚੜਾਉਣਾ ਇਹੀ ਤਾਂ ਭੁਲੇਖਾ ਪਿਆ ਤੁਹਾਨੂੰ। ਇਹ ਆਪ ਕੁਛ ਨਹੀਂ ਬੰਦਾ ਕਰ ਸਕਦਾ ਇਹੋ ਜਿਹਾ ਕੁਛ ਵੀ। ਇਹਦੇ ਕੋਲ ਮੈਂ ਆਪ ਇਦਾਂ ਕਰ ਰਿਹਾ, ਏਦਾਂ ਕਰ ਰਿਹਾ, ਇਹ ਤਾਂ ਗੱਲ ਹੀ ਖਤਮ ਹੁੰਦੀ ਆਪ ਵਾਲੀ। ਜੇ ਮੈਂ ਕਰਨਾ, ਪਰਮਾਤਮਾ ਦੀ ਜਿਹੜੀ ਪ੍ਰਾਪਤੀ ਹੈ ਨਾ, ਉਹ ਤੁਸੀਂ ਕੋਈ ਵਿਧੀ ਨਹੀਂ ਹੈ ਜਿਹਦੇ ਨਾਲ ਤੁਸੀਂ ਗਰੰਟੀ ਕਹੋਗੇ ਇਦਾਂ ਪਰਮਾਤਮਾ ਮਿਲ ਜਾਏਗਾ, ਕੋਈ ਗਰੰਟੀ ਨਹੀਂ। ਇਹ ਦੱਸੋ ਜੀ, ਹੁਣ ਤਾਂ ਗੱਲਾਂ ਤਾਂ ਆਪਣੀਆਂ ਬਹੁਤ ਹੋ ਗਈਆਂ, ਹੋਰ ਕੋਈ ਤੁਸੀਂ ਸਰੋਤਿਆਂ ਨਾਲ ਗੱਲਾਂ, ਬਹੁਤ ਸਾਰੇ ਫੇਸਬੁੱਕ ਤੇ ਇਸ ਵੇਲੇ ਜੁੜੇ ਹੋਏ ਨੇ, YouTube ਦੇ। ਗੱਲ ਇਹ ਆ ਜੀ, ਮੈਨੂੰ ਪਰਮਾਤਮਾ ਦਾ ਅਨੁਭਵ ਹੋਇਆ। ਮੈਂ ਜਿੰਨੇ ਸਵਾਸ ਹੈਗੇ ਆ, ਮੇਰਾ ਕੰਮ ਇਹ ਆ ਕਿ ਜਿਸ ਤਰ੍ਹਾਂ ਪਰਮਾਤਮਾ ਮੈਨੂੰ ਸੋਚ ਦੇ ਰਿਹਾ, ਉਸ ਪ੍ਰੇਮ ਨੂੰ ਸ਼ੇਅਰ ਕਰਨਾ, ਉਸ ਤੋਂ ਕੁਛ ਨਾ ਕੁਛ ਸਿੱਖਣਾ। ਆਖਰੀ ਸਵਾਸ ਹੈ ਕੁਛ ਨਾ ਕੁਛ ਸਿੱਖਣਾ, ਔਰ ਜਿਹੜੀ ਅਸਲੀਅਤ ਆ ਉਹ ਜੋ ਅੰਦਰ ਹੈ ਉਹਨੂੰ ਬਾਹਰ ਰੱਖਣ ਦੀ ਕੋਸ਼ਿਸ਼ ਕਰਨਾ। ਕਿਉਂਕਿ ਜਦੋਂ ਮੈਂ ਟਿਕਟੋਕ ਤੇ ਜਾਣਾ, ਮੇਰੀਆਂ ਮਾਵਾਂ ਭੈਣਾਂ ਸਾਰਾ ਕੁਛ ਦਿਖਦੀਆਂ ਹੋਣਗੀਆਂ, ਸਾਰੇ ਰਿਸ਼ਤੇਦਾਰ, ਲੇਕਿਨ ਮੈਂ ਉਹਨਾਂ ਰਿਸ਼ਤੇ ਤੋਂ ਕੱਟ ਕੇ ਮੈਂ ਬਹੁਤ ਦੂਰ ਨਿਕਲ ਚੁੱਕਾ। ਇਸ ਕਰਕੇ ਜੇ ਮੈਂ ਨਜ਼ਰ ਨਾਲ ਦੇਖਣੀ ਤੇ ਮਾਂ ਭੈਣ ਮੈਂ ਕਿਸੇ ਨੂੰ ਵੀ ਦੇਖ ਸਕਦਾ, ਤਾਂ ਜੇ ਮੈਂ ਪ੍ਰੇਮਿਕਾ ਦੇਖਣੀ ਤਾਂ ਕਿਸੇ ਵੀ ਉਮਰ ਦੀ ਮੇਰੇ ਨਾਲ ਪ੍ਰੇਮਿਕਾ ਹੋ ਸਕਦੀ, ਕਿਉਂਕਿ ਪ੍ਰੇਮ ਕਿਸੇ ਤੋਂ ਨਹੀਂ ਹੁੰਦਾ। ਇਹ ਟਿਕਟੋਕ ਤੇ ਤੁਸੀਂ ਅੱਜ ਕੱਲ੍ਹ ਮੈਂ ਸੁਣਿਆ ਪੰਗੇ ਬਹੁਤ ਲੈ ਰਹੇ ਹੋ। ਪੰਗੇ ਉਹ ਬਸ ਇੱਕ ਦੇਖੋ, ਜਦੋਂ ਤੁਸੀਂ ਟਿਕਟੋਕ ਤੇ ਜਾਣਾ ਨਾ, ਉਹ ਤੇ ਟੈਕਨੀਕ ਜਿਹੜੀ ਦੇਖਦੇ ਰਹਿੰਦੇ ਆ ਬਈ ਕੌਣ ਕੀ ਕਰ ਰਿਹਾ, ਤਾਂ ਫਿਰ ਕੋਈ ਨਾ ਕੋਈ ਜਿਹੜੀ ਅਭਿਨੇਤਰੀ ਸੁੰਦਰੀ ਆ ਪ੍ਰੇਮਿਕਾ ਨੂੰ ਫੜਨਾ, ਨਾਲ ਡਾਂਸ ਕਰਨਾ, ਉਹ ਮੇਰੇ ਵਾਸਤੇ ਕੋਈ ਨਵੀਂ ਚੀਜ਼ ਨਹੀਂ ਹੈਗੀ। ਮੈਂ ਤਾਂ ਸਰੀਰਕ ਤੌਰ ਤੇ ਜਾ ਕੇ ਡਾਂਸ ਕਰਦਾ ਕਿੰਨੇ ਸਾਲ ਹੋ ਗਏ ਆ। ਤੇ ਇਹ ਜਿਹੜੇ ਹੁਣ ਆਪਣੇ ਏਸ਼ੀਅਨ ਪੰਜਾਬੀ ਕੋਈ ਵੀ ਕਿਸੇ ਵੀ ਧਰਮ ਨੂੰ ਸੰਬੰਧ ਕਰਦੇ, ਭਾਵੇਂ ਮੁਸਲਮਾਨ, ਭਾਵੇਂ ਕ੍ਰਿਸਚੀਅਨ, ਭਾਵੇਂ ਸਿੱਖ ਮੁਸਲਮਾਨ, ਉਹਨਾਂ ਵਾਸਤੇ ਇਹ ਬੜੀ ਉਹ ਇਹਨਾਂ ਵੀ ਡਾਂਸ ਕਰਦਾ ਵੀ ਤੁਹਾਡਾ ਬਿੱਲ ਆ ਰਿਹਾ ਸਾਰੇ। ਉਹਨੇ ਫਿਲਮ ਬਣਾਈ, ਉਹ ਚਾਹੁੰਦੀ ਆ ਕੋਈ ਕੋਈ ਡਾਂਸ ਕਰੇ। ਤੇ ਆਪਾਂ ਸਰੋਤਿਆਂ ਦੇ ਥੋੜੇ ਬਹੁਤੇ ਕਮੈਂਟ ਪੜ੍ਹ ਲਈਏ ਜਿੰਨੇ ਮਰਜ਼ੀ ਪੜ੍ਹੋ। ਅੱਛਾ, ਵੀ ਤੁਹਾਡਾ ਬਿੱਲ ਆ ਰਿਹਾ ਵੀ ਜੇ ਕੋਈ ਨੱਚ ਰਿਹਾ, ਉਹ ਆਪ ਆ ਰਹੀਆਂ, ਦੇਖੋ ਆਪਣੇ ਪ੍ਰਦਰਸ਼ਨ ਕਰ ਰਹੀਆਂ। ਜੀ। ਤੇ ਆਪਾਂ ਦੇਖੀਏ, ਹੈਰੀ ਸਿੰਘ ਕਹਿ ਰਿਹਾ ਜੀ ਬਾਬਾ ਗੁੱਡ ਜੌਬ। ਦਲਜੀਤ ਵੜੈਚ ਜੀ ਕਹਿ ਰਹੇ ਇਹਨੇ ਜਸਨੀਤ ਬੋਲਦੀ ਹੈ ਤੁਹਾਨੂੰ ਜੀ, ਭਾਲਦੀ ਹੈ ਤੁਹਾਨੂੰ। ਜਸਨੀਤ ਨਾਲ ਮੇਰਾ ਪ੍ਰੇਮ ਵੀ ਹੋ ਚੁੱਕਾ। ਅੱਛਾ ਜੀ। ਉਹਦੀ 20 ਸਾਲ ਦੀ ਉਮਰ ਹੈ। ਪਹਿਲਾਂ ਅਸੀਂ ਗਾਣਾ ਬਣਾਉਣ ਤੋਂ ਸ਼ੁਰੂ ਹੋਏ, ਉਹਦਾ ਮੇਰੇ ਕੋਲ ਫੋਨ ਵੀ ਆਇਆ ਸੀ, ਜਸਨੀਤ ਚੰਡੀਗੜ੍ਹ ਚ ਰਹਿੰਦੀ ਹੈ, ਮੇਰਾ ਉਹਨਾਂ ਪ੍ਰੇਮ ਹੋ ਚੁੱਕਾ। ਇਹ ਮੈਂ ਉਮਰ, ਇਹ ਲੋਕੀ ਸਮਝਦੇ ਉਮਰ ਚ ਮੈਂ ਬੁੱਢਾ ਜੇ ਝਾਟਾ, ਉਹ ਸਾਲੇ ਤੁਸੀਂ ਤੁਹਾਡਾ ਦਿਮਾਗ ਦੇ ਵਿੱਚ ਨੁਕਸ ਆ। ਜਿਹੜਾ ਸਪਿਰਿਟ, ਜਿਹੜੇ ਨੂਰ ਆ, ਉਹ ਉਮਰ ਚ ਨਹੀਂ ਹੁੰਦਾ। ਉਹ ਕਿਸੇ ਵੀ ਉਮਰ ਦੇ ਵਿੱਚ ਪਰਮਾਤਮਾ ਤੁਹਾਨੂੰ ਕਰ ਸਕਦਾ, ਉੱਥੇ ਉਮਰਾਂ ਦੀ ਗੱਲ ਨਹੀਂ ਰਹਿ ਜਾਂਦੀ। ਇਸੇ ਕਰਕੇ ਜਿੰਨੇ ਵੀ ਪਰਮਾਤਮਾ ਨੂੰ ਅਨੁਭਵ ਹੋਏ ਨੇ ਉਹ ਅਮਰ ਨੇ। ਉਹਨਾਂ ਨੂੰ ਅਸੀਂ ਉਹਨਾਂ ਦੀਆਂ ਮੂਰਤੀਆਂ ਰੱਖ ਕੇ, ਗੁਰਬਾਣੀ ਰੱਖ ਕੇ ਉਹਨਾਂ ਦੇ ਸਾਹਮਣੇ ਕਹਿੰਦੇ ਵੀ ਸਾਨੂੰ ਵੀ ਤੁਸੀਂ ਇਹ ਰਸਤਾ ਦਿਓ।
ਸਾਰੇ ਸੰਸਾਰ ਦੀ ਇਹੋ ਕਹਾਣੀ ਆ। ਜਿਹੜੇ ਨਹੀਂ ਵੀ ਮੰਨਦੇ ਉਹਨਾਂ ਨੂੰ ਵੀ ਗੁਰਦੁਆਰੇ ਮੰਦਿਰ ਮਸੀਤ ਥਾਣੀ ਲੰਘਣਾ ਪੈਂਦਾ ਕਦੀ ਨਾ ਕਦੀ, ਗਿਰਜਾ ਘਰ ਰਹੇ। ਇੱਕ ਬੰਦਾ ਕਹਿ ਰਿਹਾ ਧਰਮਿੰਦਰ ਸਰੋਇਆ ਕਿ ਆਈ ਥਿੰਕ ਦਿਸ ਗਾਈ ਯੂਜ਼ਡ ਟੂ ਲਿਵ ਇਨ ਬਰੈਂਪਟਨ ਕੈਨੇਡਾ, ਹੀ ਰਨ ਅਵੇ ਫਰਮ ਬਰੈਂਪਟਨ ਵਿਦ ਸਮਬਡੀਜ਼ ਵਾਈਫ। ਇਹ ਸਭ ਬਕਵਾਸ ਹੈ, ਸਭ ਬਕਵਾਸ ਹੈ। ਮੈਂ ਗਿਆ ਮੈਂ ਆਪਣੀ ਭਾਣਜੀ ਦੇ ਵਿਆਹ ਤੇ, ਉਦੋਂ ਮੇਰੀ ਬੱਸਾਂ ਨਹੀਂ ਚੇਂਜ ਹੋਈ ਸੀ ਇੱਕ ਵਾਰੀ, ਇੱਕ ਹਫ਼ਤੇ ਵਾਸਤੇ। ਇਹ ਤਾਂ ਆਪਣੇ ਕੋਲ ਸਟੋਰੀਆਂ ਬਣਾ ਰਹੇ ਨੇ, ਇਹ ਇਦਾਂ ਦੇ ਬਹੁਤ ਸਟੋਰੀਆਂ। ਅੱਛਾ, ਗਲਾਸੀ ਜੰਕਸ਼ਨ ਦੀ ਸਟੋਰੀ ਤੁਹਾਡੇ ਨਾਲ ਬੜੀ ਜੁੜੀ ਹੈ, ਕਾਲਾ ਗਲਾਸੀ ਜੰਕਸ਼ਨ ਵਾਲਾ, ਤੇ ਇਹ ਕੀ ਚੱਕਰ ਹੈ? ਗਲਾਸੀ ਜੰਕਸ਼ਨ ਤੇ ਮੈਨੂੰ ਪਰਮਾਤਮਾ ਨੇ ਬੜੇ ਅਨੁਭਵ ਕਰਾਏ ਨੇ, ਤੇ ਮੈਨੂੰ ਤੇਜ਼ ਧਾਰ ਵਾਲੇ ਜੀਵਨ 'ਚ ਤਲਵਾਰਾਂ ਦੀ ਛਾਵਾਂ ਥੱਲੇ ਵੀ ਬਚਾਇਆ ਉਹਨੇ। ਮੇਰੀ ਉਹ 'ਚ ਨਾ ਕੋਈ ਬਹਾਦਰੀ ਆ, ਨਾ ਮੇਰੇ 'ਚ ਕੋਈ ਉਹਨਾਂ ਜ਼ੋਰ ਆ ਬਚਣ ਦਾ। ਮੈਨੂੰ ਪਰਮਾਤਮਾ ਨੇ ਬਹੁਤ ਇਹੋ ਜਿਹੇ ਹਾਦਸਿਆਂ ਤੋਂ ਬਚਾਇਆ ਕਿ ਜਿੱਥੇ ਜਾਣੀ ਕਿ ਤਲਵਾਰਾਂ ਲਹਿਰਾ ਰਹੀਆਂ ਸੀ ਤੇ ਇੱਕ ਬੰਦਾ ਨਹੀਂ ਸੀ, ਕਈ ਬੰਦੇ ਸੀਗੇ ਤੇ ਮੈਨੂੰ ਬਚਾਇਆ। ਔਰ ਕਈ ਵਾਰੀ ਪਲਾਨੇ ਕਈਆਂ ਨੇ ਲਾਈਆਂ ਤੇ ਲੇਕਿਨ ਰੱਬ ਨੂੰ ਨਹੀਂ ਇਹ ਪਾਉਂਦਾ ਸੀ। ਹੋਰ ਵੀ ਮੇਰੇ ਬੜੇ ਐਕਸੀਡੈਂਟ ਹੋਏ ਨੇ ਜਿਹਦੇ ਵਿੱਚ ਮੈਨੂੰ ਕਦੀ ਝਰੀਟ ਨਹੀਂ ਆਈ, ਲੜਾਈ 'ਚ ਮੈਨੂੰ ਕਦੀ ਕੋਈ ਝਰੀਟ ਨਹੀਂ ਆਈ। ਮੈਂ ਇੱਕ ਵਾਰੀ ਇੱਕ ਗੱਲ ਦੱਸੀ ਸੀ ਕਿ ਮੈਂ ਕਿਸੇ ਦੀ ਹੈਲਪ ਕੀਤੀ ਸੀ ਰੈਂਟਲ ਕਾਰਨਰ 'ਚ, ਉੱਥੇ ਗੋਰੇ ਖੜੇ ਸੀ, ਉਹਨਾਂ ਨੇ ਜੰਮ ਕੀਤਾ ਸੀਗਾ, ਲੇਕਿਨ ਉੱਥੇ ਮੇਰਾ ਕਸੂਰ ਲਾ ਲਓ ਜਾਂ ਮੇਰੇ ਅੰਦਰ ਭਾਵਨਾ ਜਾਗ ਗਈ, ਨਹੀਂ ਤੇ ਮੇਰਾ ਬਹੁਤ ਘੱਟ ਜਗ੍ਹਾ ਕਿ ਜਿੱਥੇ ਕੋਈ ਮੈਨੂੰ ਫੜ ਸਕਿਆ, ਕਿਉਂਕਿ ਪਰਮਾਤਮਾ ਹਮੇਸ਼ਾ ਹੀ ਮੈਨੂੰ ਕੋਈ ਨਾ ਕੋਈ ਰਸਤਾ ਜਾਂ ਮੈਨੂੰ ਇਦਾਂ ਦੇ ਭਰਾ ਦਿੱਤੇ ਸੀਗੇ ਕਿ ਉਹ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਮੇਰੇ ਵਾਸਤੇ ਆ ਜਾਂਦੇ ਸੀਗੇ। ਇੱਕ ਨਹੀਂ, ਦੋ ਨਹੀਂ, ਤਿੰਨ ਨਹੀਂ, ਅਨੇਕਾਂ। ਮੈਂ ਉਹਨਾਂ ਦੇ ਨਾਂ ਜਿਹੜੇ ਆ ਕੱਲੇ ਦੇ ਮੈਂ ਹੁਣ ਵੀ ਤੁਹਾਡਾ ਸੁਭਾਅ ਜਿਹੜਾ ਉਹ ਨਿਡਰ ਜਿਹਾ ਹੀ ਹੈ, ਡਰਦੇ ਤੁਸੀਂ ਹੁਣ ਵੀ ਨਹੀਂ ਆਮ ਸਭ? ਨਹੀਂ, ਮੈਂ ਡਰਦਾ ਤਾਂ ਬਹੁਤ ਆ, ਪਰ ਡਰਦੇ ਵੀ ਕੱਲ ਇੱਕ ਬੰਦਾ ਸਟਰੀਟ ਤੇ ਆ ਗਿਆ ਤਾਂ ਉਹ ਨਾ, ਮੈਂ ਤੇ ਖੜਾ ਨਹੀਂ ਸੀ, ਸਾਹਮਣੇ ਹੋਰ ਸੀ, ਉਹ ਕਹਿੰਦਾ ਪਰ ਇਹ ਰਸਤਾ ਦੇ, ਮੈਂ ਕਿਹਾ ਮੈਂ ਤਾਂ ਸਿਰ ਰਸਤੇ ਵਿੱਚ ਹੀ ਹੈ ਨਹੀਂਗਾ। ਤੇ ਉਹ ਨਾ ਥੋੜਾ ਜਿਹਾ ਪਿੱਟੀ ਪੁੱਟੀ ਹੋਈ ਸੀ, ਥੋੜਾ ਜਿਹਾ ਰੋਹ ਪਾਉਣ ਲੱਗਾ ਤੇ ਉਹ ਲੱਗਾ ਬਾਅਦ ਚ ਆ ਕੇ ਪੰਗਾ ਲੈਣ, ਉਹਦੇ ਹੱਥ ਮਾਰਿਆ, ਉਹ ਡਿੱਗ ਪਿਆ ਜਿੱਦਾਂ ਰੋਡ ਦੇ ਉੱਤੇ, ਉੱਠ ਕੇ ਫੇਰ ਆਉਣ ਲੱਗਾ ਤੇ ਮੈਂ ਜਦੋਂ ਦਾਕਾ ਮਾਰਿਆ ਥੋੜਾ ਜਿਹਾ ਠੰਡਾ ਹੋ ਗਿਆ। ਬੜੇ ਲੋਕ ਸਾਰੇ ਦੇਖ ਰਹੇ ਸੀ ਇਹ ਤਮਾਸ਼ਾ, ਲੇਕਿਨ ਮੈਂ ਘਰੋਂ ਨਿਕਲਦਾ ਨਹੀਂ ਲੜਾਈ ਕਰਨ ਵਾਸਤੇ। ਹੁਣ ਜੇ ਕੋਈ ਤੰਗ ਕਰਦਾ ਤਾਂ ਮੈਂ ਉਸ ਨੂੰ ਕੀ ਕਰ ਸਕਦਾ? ਮੇਰੀ ਵੇ ਜਿੰਨਾ ਪ੍ਰੇਮ ਹੋ ਜਾਵੇ ਉਹਦੇ ਨਾਲ ਦੀ ਕੋਈ ਰੀਸ ਨਹੀਂ ਹੈਗੀ। ਲੜਾਈ ਤੇ ਨਾ ਸਰਦੇ ਨੂੰ ਕੰਮ ਹੈ, ਜਦੋਂ ਨਹੀਂ ਕੋ ਹਟਦਾ ਫਿਰ ਕੀ ਕਰੂ ਬੰਦਾ? ਗੱਲ ਪੈਂਦੇ ਨੇ ਲੋਕ। ਫਿਰ ਜਦੋਂ ਡੰਡਾ, ਮੈਂ ਕਿ ਡੰਡਾ ਗੁਰਦਾਸਪੁਰੀ ਮੁੰਡੇ ਨੂੰ, ਉਹਦੀ ਫਿਲਮ ਬਣੀ ਹੋਈ, ਮੈਂ ਤੁਹਾਨੂੰ ਕਿਤੇ ਦਿਖਾਊਂਗਾ, ਉਹਨੇ ਮੈਨੂੰ ਬੜਾ ਤੰਗ ਕੀਤਾ। ਮੈਂ ਨਗਰ ਕੀਰਤਨ 'ਚ ਡੰਡਾ ਲੈ ਕੇ ਆਇਆ ਸੀ, ਉਹਨੇ ਮੈਨੂੰ ਫੋਨ ਕਰਨਾ ਸ਼ੁਰੂ ਕਰਤਾ। ਮੈਂ ਉਹ ਬਿਮਾਰ ਸੀਗਾ ਜਿਹੜਾ ਜਿਹਨੂੰ ਪੱਕਿਆ ਸੀ, ਸਾਡੇ ਕੋਲ ਆ ਕੇ ਤੇ ਬਿਮਾਰ ਬਣਿਆ ਸੀਗਾ, ਤੇ ਫਿਰ ਉਹ ਨਾ ਮੈਨੂੰ ਫੋਨ ਕਰਨ 4 ਦਿਨ ਉਹਨੇ ਮੈਨੂੰ ਸਤਾਉਂਦਾ ਰਿਹਾ ਫੋਨ ਤੇ। ਇੱਕ ਦਿਨ ਮੈਂ ਕਿਹਾ ਜੇ ਤੂੰ ਹਟਣਾ ਨਹੀਂ ਚੱਲ ਤੂੰ ਆ ਜਾ। ਉਹਨੇ ਬਰੋੜੇ ਦਾ ਟਾਈਮ ਤੇ ਉੱਥੇ ਆਇਆ, ਤੇ ਉੱਥੇ ਮੈਂ ਜਦੋਂ ਆਇਆ ਤੇ ਉੱਥੇ ਹੈ ਨਾ, ਤੇ ਮੈਂ ਕਿਹਾ ਕਿੱਥੇ? ਕਹਿੰਦਾ ਮੈਂ ਐਰੀ ਵਿੱਚ ਮਰਿਆ। ਤੇ ਹੁਣ ਇੱਥੇ ਪੰਜਾਬੀ ਦਾ ਲਫ਼ਜ਼ ਵਰਤਣਾ, ਮੈਂ ਕਿਹਾ ਐਰੀ ਵਿੱਚ ਭੈਣ ਜਦੋਂ ਨਾ ਉੱਥੋਂ ਤੋਂ ਟਾਈਮ ਇੱਥੇ ਤੋਂ ਇੱਥੇ ਆ। ਕਹਿੰਦਾ ਇੱਥੇ ਪੁਲਿਸ ਆ ਮੇਰੇ ਵਾਸਤੇ, ਮੈਂ ਕਿਹਾ ਪੁਲਿਸ ਆ। ਫਿਰ ਉੱਥੇ ਵੀ ਕੁਝ ਨਹੀਂ ਹੋਇਆ, ਫਿਰ ਉਹ ਹਟਿਆ ਨਹੀਂ। ਫਿਰ ਹਾਂਸਰੋ ਵੈਸਟ ਇੱਕ ਦੁਕਾਨ ਆ ਜਿੱਦਾਂ ਵਾਲਾਂ ਵਾਲੀ, ਫਿਰ ਹਟਦਾ ਨਹੀਂ ਤੇ ਫੜਦਾ ਨਹੀਂ ਮੇਰੇ ਨਾਲ ਲੜ। ਮੈਂ ਕਿਹਾ ਤੂੰ ਛੋੜਾ ਭਰਾ, ਰਹਿਣ ਦੇ ਤੂੰ। ਇਹ ਕਹਿੰਦਾ ਤੁਸੀਂ ਬੁੜੀਆਂ, ਤੁਸੀਂ ਪੁਲਿਸ ਕੋਲ ਚੱਲਦੇ ਨਹੀਂ। ਮੈਂ ਕਿਹਾ ਸਾਨੂੰ ਰਹਿਣ ਦੇ, ਇੱਦਾਂ ਹੀ ਬੁੜੀਆਂ ਹੀ ਰਹਿਣ ਦੇ ਸਾਨੂੰ। ਤੇ ਫਿਰ ਇੱਕ ਦਿਨ ਗੱਲ ਹੋਈ ਵੀ ਕੁਦਰਤੀ, ਫਿਰ ਮੇਰਾ ਸੰਪਰਕ ਹੋ ਗਿਆ ਮੇਰੇ ਦੋਸਤਾਂ ਨਾਲ। ਮੈਂ ਕਿਹਾ ਮੈਂ ਨਾਲ ਗੱਲ ਕਰਨੀ, ਮੈਨੂੰ ਲੈ ਕੇ ਜਾ। ਉਹ ਲੈ ਕੇ ਗਏ। ਮੈਂ ਕਿਹਾ ਤੁਸੀਂ ਲੜਨਾ ਨਹੀਂ, ਤੁਸੀਂ ਫਿਲਮ ਬਣਾਉਣੀ ਕਿਸੇ। ਡੰਡਾ ਮੇਰੇ ਹੱਥ 'ਚ ਸੀਗਾ, ਪਰ ਜਦੋਂ ਉਹਨੂੰ ਅੰਦਰ ਬੈਠੇ ਨੂੰ ਦੱਸ ਦਿੱਤਾ ਵੀ ਕਾਲਾ ਆ ਗਿਆ, ਉਹ ਫਿਰ ਉੱਥੋਂ ਭੱਜ ਗਿਆ। ਜਿਹੜਾ ਕਹਿੰਦਾ ਸੀ ਮੈਂ ਬੰਦਾ ਦਿਮਾਗ ਜਿਹਨਾਂ ਕੱਟੀਆਂ ਸੀ, ਲੋਕਾਂ ਦੇ ਸ਼ੀਸ਼ੇ ਭੰਨੇ ਜਦੋਂ ਪਿਛਲੇ ਬੰਨੇ। ਮੈਂ ਕਿਹਾ ਕਿੱਥੇ? ਕਹਿੰਦਾ ਪਿਛਲੇ ਬੰਨੇ। ਡੰਡਾ ਮੇਰੇ ਹੱਥ 'ਚ ਸੀਗਾ, ਮੈਂ ਉਹਦੇ ਰੱਖੀਆਂ ਦੋ। ਜਦੋਂ ਦੋ ਰੱਖੀਆਂ ਤਾਂ ਫਿਰ ਬਾਅਦ ਦੇ ਵਿੱਚ ਮੁੰਡੇ ਆ ਗਏ ਜਿਹੜੇ ਸੀਗੇ, ਉਹਨੇ ਮੇਰੀ ਧੌਣ ਫੜ ਲਈ। ਉਹ ਸਰੀਰਕ ਤੌਰ ਤੇ ਮੈਨੂੰ ਤਗੜਾ ਸੀਗਾ, ਜੰਗ ਵੀ ਸੀਗਾ, ਤੇ ਉਹ ਮੁੰਡਿਆਂ ਨੂੰ ਮੈਂ ਕਿਹਾ ਲੜਨਾ ਨਹੀਂ। ਲੇਕਿਨ ਕਾਨੂੰਨ, ਲੜਾਈ ਤਾਂ ਪਿਆਰ ਵਿੱਚ ਕੋਈ ਕਾਨੂੰਨ ਨਹੀਂ ਹੈਗਾ, ਕੋਈ ਕਾਨੂੰਨ ਹੁੰਦਾ ਨਹੀਂਗਾ। ਉਹ ਮੇਰੇ ਦੋਸਤ ਆ ਗਏ, ਕਾਨੂੰਨ ਬਾਅਦ ਚ ਕੰਮ ਕਰਦਾ ਜਦੋਂ ਹੋ ਜਾਂਦਾ। ਹਾਂਜੀ, ਕਿਸੇ ਕੋਈ ਕਾਨੂੰਨ ਨਹੀਂ ਲੜਾਈ ਕਰਦਾ। ਮੇਰਾ ਦੋਸਤ ਨਾ, ਉਹਨੇ ਹੱਥ ਨਹੀਂ ਉਹਨੂੰ ਲਾਉਣਾ, ਉਹਨਾਂ ਕੋਲ ਕੇਸ ਹੋਇਆ ਸੀ। ਉਹਨੇ ਦੂਜੇ ਨੂੰ ਕਹਿੰਦਾ ਕਿੱਦਾਂ ਮੈਂ ਕੰਮ ਕਰਦਾ ਜਾ, ਉਹਨੇ ਇਸ਼ਾਰਾ ਮਾਰਿਆ, ਉਹਨੂੰ 2 ਚਪੇੜਾਂ ਮਾਰੀਆਂ, ਉਹ ਢਿੱਲਾ ਪੈ ਗਿਆ। ਢਿੱਲਾ ਜਦੋਂ ਪੈ ਗਿਆ, ਨੱਠਣ ਲੱਗਾ, ਫਿਰ ਡੰਡਾ ਮੇਰੇ ਹੱਥ ਸੀਗਾ। ਫਿਰ ਜਿਹੜੇ ਮੈਂ ਉਹ ਡੰਡੇ ਮਾਰੇ ਤੇ ਮੈਂ ਜ਼ਿੰਦਗੀ ਵਿੱਚ ਮੇਰੇ ਕਦੀ ਕਿਸੇ ਦੇ ਮਾਰੇ ਨਹੀਂ, ਕਿਸੇ ਨੇ ਮਤਲਬ ਨਹੀਂ। ਇੰਨੀ ਜਾਣੀ ਕਿ ਉਹ ਰਸ ਦੇ ਨਾਲ ਮਾਰੇ, ਬਈ ਜਾਣੀ ਕਿ ਇੰਨੇ ਰਸ ਨਾਲ ਕਦੀ ਕਿਸੇ ਮਾਰੇ ਨਹੀਂ। ਤੇ ਕੁਝ ਨਹੀਂ ਹੋਇਆ? ਫਿਰ ਪੁਲਿਸ ਦਾ ਕੋਈ ਕੇਸ ਨਹੀਂ? ਪੁਲਿਸ ਦਾ ਫਿਰ ਮੈਂ ਕਿਹਾ ਵੀ ਹੁਣ ਆਪਾਂ ਪੁਲਿਸ ਨੂੰ ਦੱਸ ਦਈਏ ਵੀ ਮਰਵਾ ਲੜਾਈ ਹੋਈ ਆ। ਅਸੀਂ ਪੁਲਿਸ ਨੂੰ ਦੱਸਣ ਚੱਲ ਗਏ, ਉਹਨੇ ਸਾਡੇ ਤੋਂ ਪਹਿਲਾਂ ਕੰਪਲੇਂਟ ਕਰਤੀ। ਸਾਡੀ ਉਹ ਗੱਲ ਹੀ ਨਾ ਸੁਣਨ, ਸਾਨੂੰ ਉਹਨਾਂ ਨੇ ਚੱਕ ਕੇ ਅੰਦਰ ਕਰ ਦਿੱਤਾ। ਸਾਨੂੰ ਲੈ ਕੇ ਕਿੰਗਸਟਨ ਤੋਂ ਮੇਰੇ ਨਾਲ ਦਾ ਮੁੰਡਾ ਜਿਹੜਾ ਸੋਨੀ ਬਹੁਤ ਤਗੜਾ ਉਹ ਤਾਂ ਬਹੁਤ ਡਰੇ ਵੀ ਭੈਣ ਚੋ ਇਹ ਕੀ ਬਣਿਆ। ਮੈਂ ਕਿਹਾ ਦੇਖ ਇਹ ਲੜਾਈ ਮੇਰੀ ਸੀ ਤੇ ਮੈਂ ਤੁਹਾਨੂੰ ਕਿਹਾ ਤੁਸੀਂ ਲੜਨਾ। ਮੈਂ ਕਿਹਾ ਤੇਰਾ ਕੋਈ ਇਨਵੋਲਵਮੈਂਟ ਨਹੀਂ ਹੈ, ਮੇਰੇ ਇਹੋ ਬਿਆਨ ਰਹਿਣਗੇ। ਉੱਥੇ ਮੇਰੇ ਜਦੋਂ ਬਿਆਨ ਦੇਣ, ਉਹਨੇ ਕਿਹਾ ਤੂੰ ਉਹਨੂੰ ਕੁੱਟਿਆ ਸਾਰਾ ਕੁਝ। ਮੈਂ ਕਿਹਾ ਹਾਂ ਸ਼ਰੇਆਮ ਕੁੱਟਿਆ, ਸਾਰਾ ਕੁਝ ਕੀਤਾ। ਕਿਉਂ ਕੁੱਟਿਆ? ਮੈਂ ਕਿਹਾ ਗੱਲ ਹੋਈ ਆ। ਫਿਰ ਮੈਨੂੰ ਕੋਰਟ ਦੀ ਡੇਟ ਆਈ, ਤੇ ਕੋਰਟ ਦੀ ਡੇਟ ਆਈ ਤੇ ਉੱਥੇ ਉਹਨਾਂ ਨੇ ਮੈਨੂੰ ਸਵਾਲ ਜਵਾਬ ਕੀਤੇ। ਤੇ ਜਿਹੜਾ ਵਕੀਲ ਰਿਪਰੈਜ਼ੈਂਟ ਕਰਦਾ ਹੁੰਦਾ ਨਾ ਸਰਕਾਰੀ, ਕਹਿੰਦਾ ਤੂੰ ਐਡਮਿਟ ਕਰਦਾ ਵੀ ਉਹ ਬੰਦੇ ਨੂੰ ਕੁੱਟਿਆ? ਮੈਂ ਕਿਹਾ ਨਹੀਂ ਕਰਦਾ। ਉਹ ਕਹਿੰਦਾ ਜੇ ਨਹੀਂ ਕਰਦਾ ਮੈਂ ਤੁਹਾਨੂੰ ਰਿਪਰੈਜ਼ੈਂਟ ਨਹੀਂ ਕਰਨਾ। ਮੈਂ ਕਿਹਾ ਨਾ ਕਰ, ਮੈਂ ਆਪੇ ਹੋ ਜਾਣਾ। ਮੈਂ ਜੱਜ ਦੇ ਸਾਹਮਣੇ ਆਪੇ ਗਿਆ।
ਉਹ ਕਹਿੰਦੇ ਜੇ ਪ੍ਰੂਫ ਹੋ ਗਿਆ ਤਾਂ ਤੈਨੂੰ ਜੇਲ੍ਹ ਜਿਹੜੀ ਉਹ ਦੁੱਗਣੀ ਹੋ ਸਕਦੀ ਹੈ ਜਾਂ ਵੀ ਹੋ ਸਕਦੀ ਹੈ। ਮੈਂ ਕਿਹਾ ਕੋਈ ਗੱਲ ਨਹੀਂ, ਪਰ ਉਹ ਰੱਬ ਦੀ ਅਸੀਂ ਕਿਰਪਾ, ਉਹਨੇ ਨਾ ਗਲਤ ਦੇ ਤਾਂ ਰਿਪੋਰਟ ਕੀਤੀ, ਉਹ ਵਾਂਟਡ ਸੀ ਪਹਿਲਾਂ ਤੇ ਪਤਾ ਨਹੀਂ ਰੱਬ ਵੱਲੋਂ ਕੀ ਹੋਇਆ, ਉਹ ਚਿੱਠੀ ਆ ਗਈ ਜਿਹੜੀ ਇੱਕ ਮੈਂ ਮੁੜ ਕੇ ਵਕੀਲ ਕੀਤਾ ਜੰਗਨ ਕੌਸਲ ਸਾਹਿਬ ਆਣ ਕੇ, ਉਹ ਫਿਰ ਪੇਪਰ ਵਰਕ ਵਾਸਤੇ, ਕਿਉਂਕਿ ਮੈਨੂੰ ਪੇਪਰ ਵਰਕ ਤਾਂ ਨਹੀਂ ਆਉਂਦਾ ਕਰਨਾ, ਉਹ ਉਹਨਾਂ ਦੀ ਚਿੱਠੀ ਆ ਗਈ, ਉਹ ਕਹਿੰਦੇ ਕੇਸ ਸਾਰਾ ਡਿਸਕੰਟੀਨਿਊ ਹੋ ਗਿਆ ਤੇ ਉਹ ਬੰਦਾ ਫੜਿਆ ਗਿਆ ਤਾਂ ਰਿਪੋਰਟ ਹੋ ਗਿਆ ਜੀ। ਕਹਿਣ ਦਾ ਮਤਲਬ ਵੀ ਉਹ ਹਟਦਾ ਨਹੀਂ ਤੇ ਫਿਰ ਨਹੀਂ ਹਟਦਾ ਤਾਂ ਫਿਰ ਹੁਣ ਕੀ ਕਰੇਗਾ। ਤੁਸੀਂ ਇੰਨੀਆਂ ਚੀਜ਼ਾਂ, ਇੰਨੀਆਂ ਗਿਆਨ ਦੀਆਂ ਗੱਲਾਂ ਕੀਤੀਆਂ, ਲਾਈਫ ਦੀਆਂ ਗੱਲਾਂ ਕੀਤੀਆਂ, ਤੇ ਟਿਕਟੌਕ ਤੇ ਆ ਕੇ ਤੁਸੀਂ ਤੁਹਾਡਾ ਜਿਹੜੀ ਮੰਜ਼ਿਲ ਹੈ ਉਹ ਕੀ ਹੈ, ਤੁਸੀਂ ਕੀ ਕਰਨਾ ਚਾਹੁੰਦੇ ਹੋ? ਮਤਲਬ ਕਿ ਇਹ ਕਈ ਵਾਰੀ ਗਰਮ, ਕਈ ਵਾਰੀ ਠੰਡੇ, ਕਈ ਵਾਰੀ ਡਾਂਸ, ਕਈ ਵਾਰੀ ਨੰਗੇ ਹੋ ਕੇ, ਕਈ ਵਾਰੀ ਲੋਕਾਂ ਦੇ ਨਾਲ ਡਿਊਟ ਕਰਕੇ, ਮਤਲਬ ਇਹ ਰੀਅਲ ਲਾਈਫ ਹੈ, ਇਹੋ ਲਾਈਫ ਸਾਡੀ ਸਾਰਿਆਂ ਦੀ ਹੈ। ਅਸੀਂ ਸਾਰੇ ਕਹਿੰਦੇ ਸਾਡੇ ਕੋਲ ਸੋਹਣੇ, ਜਿੱਦਾਂ ਔਰਤ ਕਹਿੰਦੀ ਸਾਨੂੰ ਕੋਈ ਚੰਗਾ ਮਰਦ ਮਿਲ ਜਾਵੇ, ਸੋਹਣੇ ਮਰਦ ਇੱਕ ਮੁੰਡੇ ਜਾਵੇ ਮਿਲ ਜਾਣ, ਤੇ ਜਿਹੜਾ ਬੰਦਾ ਉਹ ਕਹਿੰਦਾ ਮੈਂ ਕੋਈ ਉਹ ਇਹਨੂੰ ਕਰਨਾ, ਕਿਹੜਾ ਬੰਦਾ ਨਹੀਂ ਚਾਹੁੰਦਾ ਅਨਲੈਸ ਤੁਹਾਨੂੰ ਪਰਮਾਤਮਾ ਨੇ ਪੈਦਾ ਕੀਤਾ ਕਰ ਮਤਲਬ ਕਿ ਨਹੀਂ ਸਿਸਟਮ ਚੱਲਦਾ ਸਕਦੀ, ਉਹ ਗੱਲ ਵੱਖਰੀ ਹੈ। ਜਿੱਦਾਂ ਹਰਚੀ ਆ ਉਹ ਤੇ ਇੱਕ ਬੰਦਾ ਬੱਝਾ ਹੋਇਆ ਬੋਲ ਰਿਹਾ ਤੇ ਧੀਆਂ ਪੁੱਤਾਂ ਦੇ, ਉਹ ਜ਼ਿੰਦਗੀ ਥੋੜ੍ਹੀ ਜੀ ਰਿਹਾ, ਜਿਵੇਂ ਦੀ ਜ਼ਿੰਦਗੀ ਮਰ ਰਿਹਾ ਬੰਦਾ, ਉਹ ਜਿਹਦੇ ਦੀ ਮਰ ਰਿਹਾ, ਉਹ ਅਸਲ ਦੇ ਵਿੱਚ ਅੰਦਰੋਂ ਜੀਣਾ ਚਾਹੁੰਦਾ। ਜਿਹੜਾ ਮੈਂ ਵੀ ਪਹਿਲਾਂ ਇਦਾਂ ਦਾ ਜੀਵਨ ਸੀਗਾ, ਮੇਰਾ ਥੋੜਾ ਪਾਰਟਲੀ ਠੀਕ ਸੀਗਾ ਪਰ ਕੁਲੀ ਮੈਂ ਐਕਸਪ੍ਰੈਸ। ਪਰ ਹੁਣ ਜੇ ਲੋਕਡਾਊਨ ਚ ਅੰਦਰ ਬੈਠਣਾ ਪੈ ਜੇ ਤਾਂ ਤੁਹਾਡੇ ਕੋਲ ਟਿਕਟੌਕ ਹੈਗੀ ਆ, ਉਹਦੇ ਤੇ ਤੁਸੀਂ ਸਾਰਿਆਂ ਨਾਲ ਜੁੜ ਜਾਂਦੇ ਉਹ ਜਿਹੜੇ ਹਾਂ ਤੇ ਟਿਕਟੌਕ ਤੇ ਜਿਹੜੇ ਅੱਜ ਕੱਲ੍ਹ ਦੇਖਦੇ ਉਹ ਕਹਿੰਦੇ ਅਸੀਂ ਦੇਖ ਵੀ ਨਹੀਂ ਸਕਦੇ, ਸਾਨੂੰ ਕੰਨਾਂ 'ਚ ਲਾਉਣੀ ਪੈਂਦੀ, ਉਹ ਵੀ ਇਹਨੇ ਪਤਾ ਨਹੀਂ ਕਿਹੜਾ ਕੱਢ ਦੇਣਾ ਫੋਨ, ਉਹ ਕਹਿੰਦੇ ਨਹੀਂ ਗੱਲ ਗੁਲਾਂ ਵੀ ਪਰਿਵਾਰ 'ਚ ਨਹੀਂ ਸੁਣ ਸਕਦੇ, ਤੇ ਉਹ ਕਹਿੰਦੇ ਧੀਆਂ ਭੈਣਾਂ ਦੇਖਦੀਆਂ ਤਾਂ ਧੀਆਂ ਭੈਣਾਂ ਸਭ ਪਾਰਟ ਆਫ ਦ ਵਰਲਡ ਹੀ ਹੈ, ਸਭ ਦੁਨੀਆ ਗੱਲ ਦੇਖਦੀਆਂ ਫਿਰ ਕੀ ਹੈ। ਇਹ ਜਿਹੜੀ ਸੈਕਸ ਐਜੂਕੇਸ਼ਨ ਸਾਰੀ ਦੁਨੀਆ ਦੇ ਵਿੱਚ ਆ, ਤੇ ਜੇ ਪੰਜਾਬੀ ਚ ਥੋੜੀ ਜਿਹੀ ਮੇਰੇ ਕੋਲ ਕਹਾਤੀ ਤੇ ਕਿਹੜੀ ਗੱਲ। ਪਰ ਜਿਹੜਾ ਹਰੇਕ ਪਲੇਟਫਾਰਮ ਹੈ, ਜਿੱਦਾਂ ਫੇਸਬੁੱਕ ਹੈ, ਉਹ ਲਿਖਾਰੀਆਂ ਦਾ ਜਾਂ ਪੋਲਿਟਿਕਸ ਦਾ ਜਾਂ ਜਿਹੜੇ ਸਮਾਜ ਦੇ ਚਿੰਤਾ ਕਰਨ ਵਾਲੇ ਲੋਕ ਆ ਉਹਨਾਂ ਦੇ ਉਹ ਕਾਫੀ ਨੇ ਉੱਥੇ। ਇੰਸਟਾਗ੍ਰਾਮ ਤੇ ਕਲਾਕਾਰ ਆਰਟਿਸਟ ਨੇ ਤੇ ਐਕਟਰ ਨੇ। ਜਿਹੜੀ ਟਿਕਟੌਕ ਆ ਇਹਦੇ ਕੋਲੇ ਐਸੀ ਮਤਲਬ ਜਿਹੜੀ ਕਮਿਊਨਿਟੀ ਇੱਥੇ, ਉਹਨਾਂ ਬਾਰੇ ਤੁਸੀਂ ਕੀ ਕਹੋਗੇ, ਕਿਹੋ ਜਿਹੇ ਬੰਦੇ ਨੇ? ਇੱਕ ਇੱਥੇ ਟਿੰਡਰ ਪਹਿਲਾਂ ਐਪ ਸੀਗੀ ਜਿੱਥੇ ਬੰਦੇ ਆਪਣੀ ਕਰਦੇ ਸੀ ਯਾਰ ਜੀ, ਇਹ ਟਿੰਡਰ ਦਾ ਹੀ ਨਾਂ ਜਿਹੜਾ ਵੱਖਰਾ ਰੱਖ ਦਿੱਤਾ, ਜਿੱਦਾਂ ਮਤਲਬ ਕਿ ਇਹੋ ਟਿਕਟੌਕ, ਇਹਦੇ ਉੱਤੇ ਬੰਦੇ ਤੀਵੀਆਂ ਨੂੰ ਬੰਦੇ ਤੇ ਬੰਦੇ ਨੂੰ ਤੀਵੀਆਂ ਮਿਲਦੀਆਂ, ਜਿਹੜਾ ਇਸੇ ਜਿਹੜਾ ਰਿਸ਼ਤੇ ਨਾਤੇ ਬਣ ਰਹੇ ਨੇ ਆਪਸ ਵਿੱਚ। ਤੁਹਾਨੂੰ ਮਿਲਿਆ ਕੋਈ? ਓਹੋ ਮੇਰੇ ਕੋਲ ਤਾਂ ਇੱਕ ਜੀਵਨ ਸਾਥਣ ਬਣ ਗਈ ਆ ਹੁਸ਼ਿਆਰਪੁਰ ਚ, 35 ਸਾਲ ਦੀ 11 ਸਾਲ ਦਾ ਮੁੰਡਾ ਵਾ। ਫਿਰ ਮੇਰੇ ਕੋਲ ਜਸਨੀਤ ਨਾਲ ਪਿਆਰ ਹੋ ਗਿਆ, ਜਿਹੜੀ ਮੇਰੀ ਕੱਲ ਹੋਈ ਆ। ਫਿਰ ਬੰਬੇ ਦੇ ਵਿੱਚ ਗਾਉਣ ਵਾਲੀ ਇਹ ਪਿਆਰ ਤੁਸੀਂ ਬਾਹਰਲੀ ਕੰਟਰੀਆਂ ਵਾਲੀਆਂ ਨਾਲ ਹੀ ਹੁੰਦਾ, ਤੁਹਾਨੂੰ ਇੱਥੇ ਜਿਹੜੇ ਕੋਈ ਆਂਢੀ ਜਿਹੜਾ ਪਿਆਰ ਦੀ ਕੋਈ ਹੱਦ ਨਹੀਂ ਨਾ, ਸੀਮਾ ਚ ਨਹੀਂ ਨਾ ਹੱਦ। ਜਿਹਦੇ ਨਾਲ ਹੋਣਾ, ਜਿਹਨੇ ਹੋਣਾ ਨਾ, ਜਿਹਦੇ ਨਾਲ ਹੋਣਾ ਉਹ ਪਤਾ ਨਹੀਂ ਕਿਹੜੇ ਜੀਵ ਨਾਲ। ਅੱਛਾ ਤੁਸੀਂ ਮੇਰੀ ਇੱਕ ਗੱਲ ਦਾ ਜਵਾਬ ਨਹੀਂ ਦਿੱਤਾ। ਹਾਊ ਡਿਡ ਯੂ ਲਰਨ ਇੰਗਲਿਸ਼? ਹਾਊ ਮੈਨੀ ਲੈਂਗੁਏਜਸ? ਇੰਗਲਿਸ਼ ਭੈਣ ਦੇ ਘਰ ਵਾਲੀ ਨਾਲ ਵਿਆਹ ਕਰਾਉਣਾ, ਅੰਗਰੇਜ਼ੀ ਨਾਲ ਜੁੱਤੀਆਂ ਮਾਰ ਸਿਖਾਉਂਦੀ ਆ। ਅੱਛਾ ਤੇ ਫਿਰ ਇਹ ਹੋਰ ਕਿੰਨੀਆਂ ਲੈਂਗੁਏਜ ਤੁਹਾਨੂੰ ਆਉਂਦੀਆਂ? ਮੈਂ ਇਟਾਲੀਅਨ ਭਾਸ਼ਾ ਦਾ ਮੈਨੂੰ ਬਹੁਤ ਸ਼ੌਂਕ ਆ, ਤੇ ਉਹ ਮੈਨੂੰ ਜ਼ਿਆਦਾ ਨਹੀਂ ਆਉਂਦੀ, ਮੈਂ ਥੋੜੀ ਜਿਹੀ ਬੋਲ ਲੈਣਾ। ਤੇ ਇੰਗਲਿਸ਼ ਫਿਰ ਕਿਉਂਕਿ ਤੁਹਾਡਾ ਮਿੱਤਰ ਇਟਾਲੀਅਨ ਸੀ ਤਾਂ ਕਰਕੇ? ਨਾ ਉਹ ਤਾਂ ਹੁਣੇ ਉਹਦੀ ਮੈਂ ਜਨਾਨੀ ਖੋਈ ਆ, ਉਦੋਂ ਮੈਂ ਸ਼ਰੇਆਮ ਕਿਹਾ ਸੀ ਪਹਿਲੇ ਦਿਨ ਜਦੋਂ ਜਨਾਨੀ ਮਿਲੀ, ਮੈਂ ਕਿਹਾ ਲੜਾਈ ਕਰ ਲੈਣੇ, ਜਿਹੜਾ ਲੈ ਜੂਗਾ। ਉਹ ਕਹਿੰਦਾ ਨਾ ਭਰਾ ਮੈਨੂੰ ਹੋਰ ਕੋਈ ਭਾਸ਼ਾ ਤੁਹਾਨੂੰ ਕੋਈ ਆਉਂਦੀ? ਜਰਮਨ ਮੈਂ ਰਿਹਾ, ਜਰਮਨ ਦੀ ਭਾਸ਼ਾ ਮੈਨੂੰ ਦੁਬਾਰਾ ਫਿਰ ਆ ਸਕਦੀ, ਮੈਂ ਕਾਫੀ ਬੋਲ ਲੈਂਦਾ ਸੀ ਪਹਿਲਾਂ, ਪਰ ਇੰਗਲਿਸ਼ ਜਿਹੜੀ ਆ, ਹਾਂਜੀ ਜਿਹੜੀ ਇੰਗਲਿਸ਼ ਆ ਨਾ, ਇਹ ਮੇਰੇ ਘਰ ਕਰਦੀ ਜਿਹਨੇ ਕਿ ਲਫ਼ਜ਼ ਨੇ ਫਿਰ ਬਹੁਤ ਚੱਲਦੀ ਇੰਗਲਿਸ਼ ਜਿਹੜੀ ਆ। ਜੇ ਇਟਾਲੀਅਨ ਮੈਨੂੰ ਚੰਗੀ ਬੜੀ ਲੱਗਦੀ, ਥੋੜੇ ਜਿਹੇ ਲਫ਼ਜ਼ ਆਉਂਦੇ, ਪਰ ਉਹ ਵੀ ਮੈਂ ਬਹੁਤ ਫਲੂਐਂਟ ਜਿੱਦਾਂ ਬੋਲ ਲੈਂਦਾ। ਤੇ ਪੰਜਾਬੀ ਤੋਂ ਹੁਣ ਦੁਬਾਰਾ ਫੇਰ ਰੰਗ ਲੱਗੇ ਨੇ ਟਿਕਟੌਕ ਤੇ ਆ ਗਏ, ਕਿਉਂਕਿ ਇੱਥੇ ਪੰਜਾਬੀਆਂ ਨੇ ਪਿਆਰ ਦਿੱਤਾ। ਪੰਜਾਬੀ ਦੀ ਗਾਲਾਂ ਕੱਢੋ, ਪੰਜਾਬੀ ਦੀ ਗਾਲ ਕੋਈ ਮੋੜ ਲਿਆਵੋ ਨਹੀਂ ਮੇਰਾ। ਹਾਂ ਪਰ ਇਹ ਹੈ ਕਿ ਜਿਹੜਾ ਲੰਡੇ ਨੂੰ ਖੁੰਡਾ ਕਹਿੰਦੇ 100 ਕੋ ਤੋਂ ਟੱਕਰ ਜਾਂਦਾ। ਇਹ ਤੇ ਸਾਰੇ ਵਰਲਡ ਵਾਈਡ ਤੋਂ ਜਿਹੜੇ ਇਹੋ ਜਿਹੇ ਐਂਟਰਟੇਨਮੈਂਟ ਵਾਲੇ ਬੰਦੇ ਸੀ ਉਹ ਇਕੱਠੇ ਹੋ ਗਏ। ਅਸਲ 'ਚ ਇੱਕ ਇਹ ਲਾਈਫ ਹੈ, ਰੀਅਲ ਲਾਈਫ ਹੈ ਜੀ। ਇਹਦੇ ਵਾਸਤੇ ਇੱਕ ਪਰਮਾਤਮਾ ਨੇ ਕੋਈ ਟਿਕਟੌਕ ਜਿੱਦਾਂ ਕਿਸੇ ਨੂੰ ਸੋਚ ਦਿੱਤੀ ਬਣਾਤੀ, ਉਹਦੇ ਵਿੱਚ ਜਿਹੜਾ ਇੱਕ ਪਰਿਵਾਰ ਬਣ ਰਿਹਾ, ਤੇ ਉਹਦੇ ਵਿੱਚ ਦੇਖੋ ਬੰਦੇ ਸਾਰੇ। ਜੇ ਟਿਕਟੌਕ ਨਾ ਹੁੰਦੀ ਤਾਂ ਤੁਹਾਨੂੰ ਲੱਗਦਾ ਨਹੀਂ ਹੈ ਕਿ ਇਹ ਜਿਹੜੀ ਡਿਸੀਜ਼ ਹੈ ਇਹ ਹਸਪਤਾਲਾਂ 'ਚ ਲੋਕ ਜਾਂਦੇ ਜਦੋਂ ਇੰਨੀ ਸਪਰੈਸ਼ਨ ਅੰਦਰ ਜਮ੍ਹਾਂ ਹੁੰਦੀ? ਨਹੀਂ ਕੁਛ ਨਹੀਂ ਇਹੋ ਜਿਹਾ। ਜਿਹੜੀ ਚੀਜ਼ ਹੋਣੀ ਉਹ ਹੋ ਕੇ ਰਹਿਣੀ, ਜੇ ਨਾ ਹੋਣੀ ਹੁੰਦੀ ਤਾਂ ਨਹੀਂ ਹੋਣੀ ਸੀ, ਫਿਰ ਵੀ ਜੀ ਰਿਹਾ ਸੀ। ਇੰਟਰਨੈਟ ਕਿਹੜਾ ਸੀਗਾ ਪਹਿਲਾਂ? ਪਰਮਾਤਮਾ ਦਾ ਜਿਹੜਾ ਦੇਖੋ ਜੋ ਗੁਰੂ ਸੀ ਨਾ, ਤੇ ਪਰ ਯੂਜ਼ ਤੇ ਮਿਸਯੂਜ਼ ਦੋਨਾਂ 'ਚ ਤੁਹਾਨੂੰ ਫਰਕ ਤੁਸੀਂ ਚਾਹੁੰਦੇ ਹੋ? ਹਰ ਇੱਕ ਚੀਜ਼ ਦਾ ਯੂਜ਼ ਤੇ ਮਿਸਯੂਜ਼ ਹੁੰਦਾ, ਕੋਈ ਇਹੋ ਜਿਹੀ ਚੀਜ਼ ਨਹੀਂ ਜਿਹਦਾ ਯੂਜ਼ ਤੇ ਮਿਸਯੂਜ਼ ਨਹੀਂ ਹੁੰਦਾ। ਦੁਨੀਆ ਦੇ ਵਿੱਚ ਇਹੋ ਜਿਹੀ ਚੀਜ਼ ਹੀ ਨਹੀਂ ਕੋਈ। ਜਿਹੜੇ ਮਿਸਯੂਜ਼ ਕਰਨ ਵਾਲੇ ਉਹਨਾਂ ਨੂੰ ਤੁਹਾਡਾ ਕੋਈ ਸੁਨੇਹਾ? ਮਿਸਯੂਜ਼ ਵਾਲੇ ਯੂਜ਼ ਕਰਨਾ ਪੜੇਗਾ, ਕੋਈ ਗੱਲ ਨਹੀਂ ਕਰੋ, ਜੇ ਜਿੰਨਾ ਹੁੰਦਾ ਆਪੇ ਯੂਜ਼ ਕਰਨਾ ਪਊਗਾ, ਫਿਰ ਕੀ ਸਿੱਖ ਲਓਗੇ, ਛਿੱਤਰ ਖਾ ਕੇ ਸਿੱਖੋਗੇ ਜਾਂ ਕੋਈ ਨਾ ਕੋਈ ਤੁਹਾਡਾ ਹਾਸੇ ਹੋਗੇ, ਤੁਹਾਨੂੰ ਸਿੱਖਣਾ ਹੀ ਪੈਣਾ। ਪ੍ਰੇਮ ਦੇ ਰਸਤੇ ਤੋਂ ਬਗੈਰ ਤੁਹਾਡੀ ਮੁਕਤੀ ਹੋਣੀ ਨਹੀਂ। ਕੱਲ ਬਾਬਾ ਜੀ ਤੁਸੀਂ ਸਾਨੂੰ ਘਰੇ ਸੱਦਿਆ
ਸਾਨੂੰ ਟਾਈਮ ਦਿੱਤਾ ਤੇ ਸਾਡੇ ਲਈ ਤੁਸੀਂ ਤਿਆਰ ਹੋਏ। ਟਿਕਟੌਕ ਛੱਡੀ ਤੁਸੀਂ ਕੁਝ ਸਮੇਂ ਲਈ ਤਾਂ ਕਿ ਸਾਡੇ ਨਾਲ ਬੈਠਣਾ ਸੀ, ਤੇ ਤੁਹਾਡਾ ਬਹੁਤ ਬਹੁਤ ਮੈਂ ਸ਼ੁਕਰੀਆ ਅਦਾ ਕਰਦਾ ਤੇ ਥੈਂਕ ਯੂ ਤੁਹਾਡਾ। ਤੁਸੀਂ ਆਪਣੇ ਸਰੋਤਿਆਂ ਨੂੰ ਕੁਝ ਕਹਿਣਾ? ਇਹ ਤੇ ਮੇਰੇ ਵੱਡੇ ਭਾਗ ਨੇ ਕਿ ਤੁਹਾਡੇ ਵਰਗੇ ਪ੍ਰੈਜ਼ੈਂਟਰਾਂ ਨਾਲ ਮੈਨੂੰ ਮੌਕਾ ਮਿਲ ਰਿਹਾ। ਇੱਕ ਪਰਮਾਤਮਾ ਨੇ ਰਸਤੇ ਤੋੜਿਆ ਤੇ ਆਪਾਂ 17 ਵਾਰੀ ਵੀ ਆਪਾਂ ਇਕੱਠੇ ਹੋਏ ਸੀ ਤੇ ਮੈਂ ਉਸ ਤੋਂ ਤੁਹਾਡਾ ਫੇਸ ਕਾਫੀ ਜਾਣਦਾ ਤੇ ਮੇਰੇ ਵੱਡੇ ਭਾਗ ਨੇ ਕਿ ਤੁਹਾਡੇ ਵਰਗੇ ਪ੍ਰੈਜ਼ੈਂਟਰ ਜਿਹੜੇ ਇੱਕ ਚੰਗੇ ਸੁਲਝੇ ਹੋਏ ਪੰਜਾਬੀ ਨੂੰ ਚੰਗੀ ਸੇਧ ਦੇਣਾ ਚਾਹੁੰਦੇ ਨੇ ਤੇ ਇਹੋ ਜਿਹੇ ਬੰਦਿਆਂ ਨਾਲ ਮੈਨੂੰ ਮਿਲਣ ਵਰਤਨ ਦਾ ਜਾਂ ਕਿਸੇ ਵੀ ਮੰਚ ਤੇ ਜਿਵੇਂ ਕਿ ਬੈਠਣ ਦਾ ਮੌਕਾ ਮਿਲਦਾ। ਹੁਣ ਜਿੱਦਾਂ ਆਪਾਂ YouTube ਤੇ ਤੁਸੀਂ ਸਤਿੰਦਰ ਸਰਤਾਜ ਦਾ ਜਦੋਂ ਸ਼ੋਅ ਹੋਇਆ ਸੀ ਉੱਥੇ ਮਿਲੇ ਸੀ ਮੈਨੂੰ ਹੈਮਸਮਿਥ? ਨਹੀਂ, ਆਪਾਂ ਦੇਸੀ ਤੜਕਾ ਵਿੱਚ। ਅੱਛਾ, ਦੇਸੀ ਤੜਕਾ ਚ ਮੈਂ ਤੇ ਸਤਿੰਦਰ ਅਸੀਂ ਤੁਸੀਂ ਬੋਲੇ ਵੀ ਸੀ ਤੁਸੀਂ ਉੱਥੇ। ਤੇ ਮੈਨੂੰ ਜੇ ਕੋਈ ਗਾਉਣ ਵਾਲਾ ਪੰਜਾਬੀ ਦਾ ਚੰਗਾ ਲੱਗਦਾ, ਮੈਂ ਜਦੋਂ ਮੇਰੀ ਵਸਾ ਬਦਲੀ ਸੀ ਹੀਰੀਏ ਫਕੀਰੇ ਵਾਲਾ ਸਭ ਤੋਂ ਜ਼ਿਆਦਾ ਗਾਣਾ ਮੈਂ ਸੁਣਿਆ ਸੀ ਸਤਿੰਦਰ ਸਰਤਾਜ ਦਾ। ਉਹਦੇ ਵਿੱਚ ਮੈਨੂੰ ਕ੍ਰਿਸ਼ਨ ਦਾ ਰੂਪ, ਰਾਧੇ ਦਾ ਰੂਪ, ਰੱਬ ਦਾ ਰੂਪ, ਮੈਨੂੰ ਸਭ ਤੋਂ ਜ਼ਿਆਦਾ ਗਾਣਾ ਮੈਂ ਸੁਣਿਆ। ਜਾਣੀ ਕਿ ਜੇ ਤੁਸੀਂ ਜਿਹੜਾ ਧਾਰਮਿਕ ਤੇ ਜਿਹੜੇ ਅੱਜ ਕੱਲ ਦੇ ਗਾਉਣ ਵਾਲੇ ਉਹ ਵੀ ਤੁਹਾਨੂੰ ਕਿੱਦਾਂ ਲੱਗਦੇ ਆ? ਬਹੁਤ ਜ਼ਿਆਦਾ ਵਾਇਰਲ ਨੇ ਟਿਕਟੌਕ ਉਹ ਹੈ ਤੇ ਮੈਨੂੰ ਮੇਰੀ ਕੋਈ ਚੋਇਸ ਨਹੀਂ ਸੀ ਬੋਲੇ ਹੋਣੀ ਜਿਹੜੀ ਸਿੱਧੀ ਗੱਲ ਮੈਂ ਤੁਹਾਨੂੰ ਦੱਸਾਂ। ਪਰ ਉਹ ਸਾਰਾ ਕੋਸ਼ਿਸ਼ ਵਾਲਾ ਹੁਣ ਆ ਗਿਆ ਜੋ ਵੀ ਹੈਗਾ, ਜਿੰਨੇ ਵੀ ਮੂਸੇ ਵਾਲਿਆ ਉਹਦੇ ਵਿੱਚ ਕੋਈ ਤੁਹਾਡੀ ਚੋਇਸ ਰਹਿ ਹੀ ਨਹੀਂ ਗਈ। ਹੁਣ ਕੋਈ ਨਾ ਕੋਈ ਚੰਦਰ ਸੁੰਦਰੀ ਜੇ ਹੁਣ ਜਨਾਨੀ ਨੂੰ ਪਸੰਦ ਕਰਦਾ, ਉਹਨੇ ਮੂਸੇ ਵਾਲਾ ਗੀਤ ਲਾਇਆ ਤੇ ਮੈਂ ਮੋਹਤ ਹੋ ਗਿਆ ਜਨਾਨੀ ਤੇ ਮੈਨੂੰ ਉਹ ਗੀਤ ਮੈਨੂੰ ਨੱਚਣਾ ਪੈਂਦਾ, ਮੈਂ ਚਾਹਾਂ ਜਾਂ ਨਾ ਚਾਹਾਂ। ਜਿਹੜੀ ਮੇਰੀ ਚੋਇਸ ਹੈ ਨਾ ਉਹ ਬੜੀ ਹਾਈ ਕਲਾਸ ਦੀ ਆ। ਮੈਂ ਗੁਰਬਾਣੀ ਸੁਣਨਾ, ਕਥਾ ਸੁਣਨਾ, ਉਹਦੇ ਨਾਲ ਮੈਨੂੰ ਵਿਰਾਗ ਜਾਗਣਾ। ਮੇਰੀ ਸਭ ਤੋਂ ਜ਼ਿਆਦਾ ਜਿਹੜੀ ਮੇਰੇ ਅੰਦਰ ਜਿਹੜਾ ਮੇਰਾ ਜੀਵਨ ਹੈ ਨਾ ਬਹੁਤ ਸਾਲਾਂ ਤੋਂ, ਅੱਜ ਤੋਂ ਨਹੀਂ, ਕਿਉਂਕਿ ਮੇਰਾ ਜਨਮ ਵੀ ਬਾਬੇ ਬਕਾਲੇ ਤੋਂ ਉਹਦਾ ਵੀ 뮤직 ਤੋਂ ਜਾਗਦਾ। ਜਿਹੜਾ ਇਹ ਤੁਹਾਡੀਆਂ ਮਜਬੂਰੀਆਂ ਨੇ ਜੋ ਤੁਸੀਂ ਕਰਦੇ ਹੋ। ਨਹੀਂ, ਮਜਬੂਰੀ ਨਹੀਂ ਕਹਿ ਸਕਦੇ, ਇਹ ਵੀ ਸ਼ੌਂਕ ਨਾਲ ਹੁਣ ਕਰਦੇ। ਮਜਬੂਰੀ ਕਾਹਦੀ ਹੈ? ਅੱਛਾ, ਸ਼ਰਿਆਮ ਗਾਲਾਂ ਕੱਢਣੇ, ਇਹ ਵੀ ਮੈਨੂੰ ਹੁਣ ਚੰਗਾ ਲੱਗਣਾ ਪਿਆ। ਲੇਕਿਨ ਜਿਹੜਾ ਮੇਰਾ ਵੈਸੇ ਜਿਹੜਾ ਸੁਭਾਅ ਆ ਕੀਰਤਨ ਕਥਾ, ਜਿਹੜਾ ਕਿ ਗੁਰਬਾਣੀ ਜਿਹਨੂੰ ਕਰੀਏ ਗੁਰੂ ਗ੍ਰੰਥ ਸਾਹਿਬ, ਉਹ 'ਚ ਮੇਰਾ ਜਨਮ ਹੋਇਆ। ਤਾਂ ਉਹ ਸਭ ਤੋਂ ਮੈਨੂੰ ਸੁੰਦਰ ਐਂਟਰਟੇਨ ਵਾਸਤੇ ਜਾਂ ਸਿੱਖਿਆ ਵਾਸਤੇ ਉਹ ਮੈਨੂੰ ਚੰਗਾ ਲੱਗਦਾ। ਜੀ ਤੁਹਾਡਾ ਬਹੁਤ ਬਹੁਤ ਧੰਨਵਾਦ, ਥੈਂਕ ਯੂ। ਸਰੋਤਿਓ, ਇਹ ਸੀਗੇ ਜੀ ਤੁਹਾਡੀ ਜ਼ੋਰਦਾਰ ਡਿਮਾਂਡ ਤੇ, ਕਿਉਂਕਿ ਸਮਾਜ ਦੇ ਵਿੱਚ ਐਸੇ ਬੰਦੇ ਹੁੰਦੇ ਨੇ ਕਿ ਜਿਨ੍ਹਾਂ ਦਾ ਨੈਗੇਟਿਵ ਤੇ ਪੋਜ਼ਿਟਿਵ ਪੱਖ ਦੋਵੇਂ ਹੀ ਹੁੰਦੇ ਨੇ। ਕਿਸੇ ਤੁਸੀਂ ਪਸੰਦ ਕਰੋ ਜਾਂ ਨਾ ਕਰੋ, ਪਰ ਉਹ ਸਮਾਜ ਦਾ ਹਿੱਸਾ ਨੇ। ਉਹਨਾਂ ਨੂੰ ਤੁਹਾਡੇ ਸਾਹਮਣੇ ਲੈ ਕੇ ਆਉਣਾ, ਤੁਹਾਡੇ ਨਾਲ ਗੱਲਬਾਤ ਕਰਾਉਣੀ, ਇਹ ਸਾਡਾ ਕਿੱਤਾ ਵੀ ਹੈ ਤੇ ਇਹ ਸਾਡਾ ਫਰਜ਼ ਵੀ ਹੈ। ਜੇ ਸਾਨੂੰ 4 ਲੋਕ ਸੁਣਦੇ ਹੈ, ਦੇਖਦੇ ਹੈ, ਸਾਡੇ ਪ੍ਰੋਗਰਾਮ ਨੂੰ ਦੇਖਦੇ ਹੈ, ਤੇ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਨਵੀਂ ਤੋਂ ਨਵੀਂ ਚੀਜ਼, ਨਵੀਂ ਤੋਂ ਨਵੀਂ ਆਈਟਮ, ਨਵੀਂ ਤੋਂ ਨਵੀਂ ਪਰਸਨੈਲਿਟੀ ਤੁਹਾਡੇ ਸਾਹਮਣੇ ਲੈ ਕੇ ਆਈਏ। ਚਰਚਿਤ ਜਿਹੜੀਆਂ ਪਰਸਨੈਲਿਟੀਜ਼ ਹੁੰਦੀਆਂ ਨੇ, ਜਿਹੜੇ ਵਿਵਾਦਾਂ 'ਚ ਰਹਿਣ ਵਾਲੇ ਲੋਕ ਨੇ, ਉਹ ਅੱਜ ਕੱਲ੍ਹ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਨੇ, ਤੇ ਉਸੇ ਵਜ੍ਹਾ ਕਰਕੇ ਹੀ ਆਪਾਂ ਤੁਹਾਡੇ ਨਾਲ ਮੁਲਾਕਾਤ ਕਰਾਈ ਤੇ ਅੱਗੇ ਤੋਂ ਫਿਰ ਵੀ ਤੁਹਾਡੇ ਨਾਲ ਐਸੇ ਪ੍ਰੋਗਰਾਮ ਲੈ ਕੇ ਆਪਾਂ ਆਉਂਦੇ ਰਹਾਂਗੇ। ਸੰਧੂ ਜੀ, ਆਪਣੇ ਸੰਧੂ ਸਾਹਿਬ ਜੀ ਉਹ ਜਨਾਨੀ ਵਾਲਾ ਲਫ਼ਜ਼ ਕਹਿੰਦੇ ਜੀ, ਬਹੁਤ ਥਾਂ ਤੇ ਹੀ ਵਰਤਦੇ ਨੇ ਜੀ। ਸੰਧੂ ਸਾਹਿਬ, ਮੈਂ ਟਿਕਟੌਕ ਦੇ ਸਰੋਤਿਆਂ ਨੂੰ ਇੰਨੀ ਗੱਲ ਕਹਿਣਾ ਚਾਹੁੰਦਾ ਵੀ ਜਿਸ ਮੰਚ ਤੇ ਤੁਸੀਂ ਮੈਨੂੰ ਪਿਆਰ ਦਿੱਤਾ, ਸਟੇਜ ਤੇ ਚੜਾਤਾ, ਹੋ ਸਕਦਾ ਕਿ ਮੇਰਾ ਸੁਪਨਾ ਵੀ ਨਹੀਂ ਸੀਗਾ ਕਿ ਆਉਣਾ। ਵੈਸੇ ਤੇ ਪਰਮਾਤਮਾ ਵਰਗਾ ਕੋਈ ਹੈ ਨਹੀਂ, ਕੋਈ ਵੀ ਮੀਡੀਆ, ਉਹ ਤਾਂ ਹਮੇਸ਼ਾ ਹੀ ਆ ਫੋਰਐਵਰ। ਪਰ ਜਿਹੜਾ ਇਹ ਵੀ ਇੱਕ ਗਿਫਟ ਹੈ ਸਾਨੂੰ ਮਿਲਿਆ ਹੋਇਆ, ਔਰ ਗਿਫਟ ਦੇ ਜ਼ਰੀਏ ਮੈਂ ਅਨੇਕਾਂ ਹੀ ਪੰਜਾਬੀਆਂ ਦੇ, ਸਿੱਖਾਂ ਦੇ ਜਾਂ ਹੋਰ ਜਿਹੜੇ ਹਿੰਦੀ ਪੰਜਾਬੀ ਜਾਂ ਉਰਦੂ ਬੋਲਣ ਵਾਲੇ, ਉਹਨਾਂ ਦੇ ਅੰਦਰ ਉਹਨਾਂ ਨੇ ਮੈਨੂੰ ਪ੍ਰੇਮ ਦਾ ਜਾਣੀ ਕਿ ਦਿਲੋਂ ਜਾਣੀ ਕਿ ਦਿੱਤਾ। ਮੈਂ ਤੁਹਾਡੇ ਵਾਸਤੇ ਮੇਰੇ ਸ਼ਬਦ ਨਹੀਂ ਹੈ ਕਈ ਵੀ, ਤਾਂ ਮੈਂ ਤੁਹਾਡਾ ਬਹੁਤ ਬਹੁਤ ਸ਼ੁਕਰਗੁਜ਼ਾਰ ਕਰਦਾ ਹਾਂ। ਇਸੇ ਕਰਕੇ ਉਹਦੀ ਕੁਦਰਤ ਨੂੰ ਪ੍ਰੇਮ ਕਰੋ, ਉਹਦੇ ਇਨਸਾਨਾਂ ਨੂੰ ਪ੍ਰੇਮ ਕਰੋ, ਪਰਮਾਤਮਾ ਨੂੰ ਪ੍ਰੇਮ ਕਰੋ। ਤੁਹਾਡੀ ਮੁਕਤੀ ਪਰਮਾਤਮਾ ਤੋਂ ਬਗੈਰ ਨਹੀਂ ਹੋਣੀ। ਮੁਕਤੀ ਦਾ ਮਤਲਬ ਕਿ ਫਰੀਡਮ, ਫਰੀ ਆਫ ਮਾਈਂਡ ਹੈ, ਜਿਹਦੇ ਨਾਲ ਤੁਸੀਂ ਖੁਸ਼ੀ, ਆਨੰਦ ਮਹਿਸੂਸ ਕਰੋਗੇ। ਉਹ ਤੋਂ ਬਗੈਰ ਨਹੀਂ ਮਿਲ ਸਕਦਾ। ਉਸ ਤੋਂ ਬਗੈਰ ਜਿੰਨੀਆਂ ਵੀ ਚੀਜ਼ਾਂ ਸੰਸਾਰਕ ਤੌਰ ਤੇ ਤੁਸੀਂ ਪ੍ਰਾਪਤੀ ਕਰੋਗੇ, ਇਹਦਾ ਆਖਰ ਜਿਹੜਾ ਰਿਜ਼ਲਟ ਆ ਉਹਦਾ ਆਨੰਦ ਨਹੀਂ ਹੈ, ਉਹਦੇ ਵਿੱਚ ਜੋ ਕਿ। ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ। ਵਾਹਿਗੁਰੂ ਜੀ ਕਾ ਖਾਲਸਾ।